ਮੋਦੀ ਸਾਹਿਬ ਦੀ ਜਿਹੜੀ ਪਿੱਛੇ ਹੀ ਪੰਜਾਬ ਦਾ ਦੌਰਾ ਹੋਇਆ ਗਰੇਵਾਲ ਸਾਹਿਬ 20 ਮਿੰਟ ਉਹਨਾਂ ਨੂੰ ਇੱਕ ਪੁਲ ਉੱਤੇ ਖੜਨਾ ਪਿਆ। ਡੀਜੀਪੀ ਖੁਦ ਚਟੋਪਾਧਿਆਏ ਉੱਥੇ 90 ਲੋਕਾਂ ਨੂੰ ਲੈ ਕੇ ਖੜਾ ਸੀ ਘੇਰਨ ਵਾਸਤੇ। ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ। ਸਾਡੇ ਵਰਕਰਾਂ ਨੂੰ ਰੋਕਿਆ ਜਾ ਰਿਹਾ ਸੀ, ਉਹਨਾਂ ਦੀਆਂ ਬੱਸਾਂ ਨਹੀਂ ਪਹੁੰਚਣ ਦਿੱਤੀਆਂ ਜਾ ਰਹੀਆਂ। ਪਰ ਡੀਜੀਪੀ ਚਟੋਪਾਧਿਆਏ ਸਾਹਿਬ ਦੇ ਵਾਸਤੇ ਤਾਂ ਸੈਂਟਰ ਏਜੰਸੀਆਂ ਨੇ ਬਹੁਤ ਤਾਰੀਫ ਕੀਤੀ ਹੈ ਕਿ ਉਹਨਾਂ ਨੇ ਆਤੰਕਵਾਦ ਨੂੰ ਖਤਮ ਕਰਨ ਦੇ ਵਿੱਚ ਬਹੁਤ ਰੋਲ ਪਲੇ ਕੀਤਾ ਹੈ। ਪਰ ਗਰੇਵਾਲ ਸਾਹਿਬ ਪ੍ਰਧਾਨ ਮੰਤਰੀ ਦਾ ਜੋ ਪ੍ਰੋਟੋਕਾਲ ਹੈ ਉਹਦੇ ਨਾਲ ਆਈਬੀ ਵੀ ਹੈ, ਉਹਦੇ ਨਾਲ ਰॉ ਵੀ ਹੈ, ਉਹਦੇ ਨਾਲ ਐਨਐਸਜੀ ਵੀ ਹੈ। ਤੇ ਕਿਉਂਕਿ ਬੀਜੇਪੀ ਦੇ ਪ੍ਰਧਾਨ ਮੰਤਰੀ ਨੇ ਤਾਂ ਸੈਟੇਲਾਈਟ ਤੋਂ ਵੀ ਟਰੈਕ ਹੁੰਦੇ ਨੇ, ਕਿਉਂਕਿ ਖਾਲਿਸਤਾਨੀ ਤੇ ਹੋਰ ਕਾਫੀ ਏਜੰਸੀਜ਼ ਦਾ ਪ੍ਰਧਾਨ ਮੰਤਰੀ ਨੂੰ ਖਤਰਾ ਬਣਿਆ ਰਹਿੰਦਾ ਹੈ। ਕੀ ਉਹ ਕਿਸੇ ਏਜੰਸੀ ਨੇ ਰਿਪੋਰਟ ਨਹੀਂ ਕੀਤਾ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਹੈ? ਤੇ ਸਿਰਫ ਪੰਜਾਬ ਪੁਲਿਸ ਦੀ ਹੀ ਗਲਤੀ ਆਪਾਂ ਇਹਦੇ 'ਚ ਮੰਨਾਂਗੇ? ਕਿਸੇ ਏਜੰਸੀ ਦੀ ਰਿਪੋਰਟ ਨਹੀਂ ਆਈ? ਸਭ ਰਿਪੋਰਟ ਆਈ ਸੀ, ਸਭ ਆਈ ਸੀ। ਸਭ ਏਜੰਸੀਆਂ ਨੇ ਜੇ ਜਦੋਂ ਮੈਂ ਦੱਸ ਰਿਹਾ ਕਿ ਮੇਰੇ ਸਾਹਮਣੇ ਹੈਲੀਪੈਡ ਤੇ ਬੰਦੇ ਗਰੇਵਾਲ ਸਾਹਿਬ ਸਭ ਏਜੰਸੀਆਂ ਨੇ ਜੇ ਰਿਪੋਰਟ ਦਿੱਤੀ ਤਾਂ ਪ੍ਰਧਾਨ ਮੰਤਰੀ ਨੇ 100-125 ਕਿਲੋਮੀਟਰ ਦਾ ਰਸਤਾ ਬਾਏ ਰੋਡ ਕਿਉਂ ਤੈਅ ਕੀਤਾ? ਉੱਥੋਂ ਹੀ ਕਿਉਂ ਨਹੀਂ ਮੁੜ ਗਏ? ਉਸ ਵੇਲੇ ਤੱਕ ਕੋਈ ਨਹੀਂ ਸੀ, ਉਹ ਲਿਆਂਦੇ ਗਏ ਸਰਕਾਰੀ ਤੌਰ ਤੇ, ਪੁਲਿਸ ਨੇ ਲਿਆਂਦੇ। ਮਤਲਬ 1.5 ਘੰਟੇ ਵਿੱਚ ਪੁਲਿਸ ਨੇ ਉੱਥੇ ਸਾਰਾ ਧਾਮਜਾਮ ਇਕੱਠਾ ਕੀਤਾ। ਅਰੇ ਯਾਰ ਉਹ ਸਾਰੇ 40-50 ਦਾ ਬੰਦੇ ਸੀ ਜਿਹੜੇ ਲੈ ਕੇ ਆਏ ਆ। ਉਹ 1.5 ਘੰਟੇ ਵਿੱਚ 50 ਪੁਲਿਸ ਨੇ ਇਕੱਠਾ ਕੀਤਾ। ਉਹ ਜਿੰਨੇ ਕਹੋ ਮੈਂ ਲਿਆ ਦਿੰਦਾ। ਪਰ ਇੱਕ ਪ੍ਰਧਾਨ ਮੰਤਰੀ ਨੂੰ ਗਰੇਵਾਲ ਸਾਹਿਬ ਇਹ ਗੱਲ ਸ਼ੋਭਾ ਦਿੰਦੀ ਹੈ ਕਿ ਜਾਂਦੇ ਹੋਏ ਉਸ ਪੰਜਾਬ ਪੁਲਿਸ ਦੇ ਉੱਤੇ ਇੱਕ ਤੰਜ ਕੱਸ ਗਏ ਜਿਸ ਪੰਜਾਬ ਪੁਲਿਸ ਨੇ ਆਤੰਕਵਾਦ ਨੂੰ ਖਤਮ ਕਰਨ ਲਈ ਜਾਨ ਦੀ ਬਾਜ਼ੀ ਲਗਾਈ, ਇੰਨੀਆਂ ਸ਼ਹਾਦਤਾਂ ਦਿੱਤੀਆਂ। ਏਜੰਸੀਆਂ ਤਾਂ ਸਾਰੀਆਂ ਸੀਗੀਆਂ। ਆਪਾਂ ਜੇ ਫੇਲਿਅਰ ਮੰਨਾਂਗੇ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਫੇਲਿਅਰ ਹੋਇਆ। ਅਰੇ ਸਿਕਿਉਰਿਟੀ ਫੇਲਿਅਰ ਨਹੀਂ ਹੋਇਆ, ਉਹਦੇ ਚ ਆਈਬੀ ਵੀ ਸੀਗੀ। ਕਿਹੜਾ ਸਿਕਿਉਰਿਟੀ ਫੇਲਿਅਰ ਹੋ ਗਿਆ? ਕਿਹਾ ਗਿਆ ਕਿ ਖਤਰਾ ਸੀ ਉਹਨਾਂ ਦੀ ਜਾਨ ਨੂੰ। ਅਰੇ ਖਤਰਾ ਖੁਦ ਪੈਦਾ ਕਰ ਰਹੇ ਸੀ। ਤੁਹਾਡਾ ਸੁਖੀ ਰੰਧਾਵਾ ਜਿਹੜਾ ਹੋਮ ਮਿਨਿਸਟਰ, ਇਹ ਕ੍ਰਿਮੀਨਲ ਬੰਦਾ, ਇਹਨੇ ਕਿੰਨੇ ਕ੍ਰਾਈਮ ਕੀਤੇ ਆ? ਸਮਗਲਿੰਗ ਇਹ ਕਰਾਉਂਦੇ ਆ, ਸਭ ਡਰੱਗਸ ਦਾ ਕੰਮ ਇਹ ਕਰਦੇ ਆ। ਗਰੇਵਾਲ ਸਾਹਿਬ ਕੋਈ ਰਿਪੋਰਟ ਨਹੀਂ ਦਿੱਤੀ। ਹੋਮ ਮਿਨਿਸਟਰ ਤੁਸੀਂ ਬਦਮਾਸ਼ ਬਣਾ ਲਏ, ਕ੍ਰਿਮੀਨਲ ਬਣਾ ਲਏ। ਅਰੇ ਭਾਈ ਕੋਈ ਏਜੰਸੀ ਨਹੀਂ ਫੇਲ ਹੋਈ, ਏਜੰਸੀਆਂ ਨੇ ਸੂਚਨਾ ਦਿੱਤੀ ਆ। ਤੇ ਪ੍ਰਧਾਨ ਮੰਤਰੀ ਫੇਰ ਵੀ ਗਏ 120 ਕਿਲੋਮੀਟਰ ਰੋਡ ਤੋਂ ਟਰੈਵਲ ਕਰਕੇ। ਅਰੇ ਭਾਈ ਉਦੋਂ ਕੋਈ ਨਹੀਂ ਸੀ ਉੱਥੇ, ਉਹ ਤਾਂ ਲਿਆਂਦਾ ਗਿਆ। ਜੇ ਤੁਸੀਂ ਖੁਦ ਹੀ ਬਦਮਾਸ਼ੀ ਕਰੋਗੇ, ਸੁਰੱਖਿਆ ਦੇਣ ਵਾਲੇ ਲੋਕ ਬਦਮਾਸ਼ੀ ਕਰਨਗੇ ਤੇ ਪੰਜਾਬ ਸਰਕਾਰ ਇਸ ਤਰ੍ਹਾਂ ਦੀ ਗੁੰਡਾਗਰਦੀ ਕਰੇਗੀ। ਇਹ ਗੁੰਡਿਆਂ ਦੀ ਸਰਕਾਰ ਆ, ਇਹਦੇ 'ਚ ਕੋਈ ਭਲਾ ਆਦਮੀ ਹੈਗਾ? ਨਰਿੰਦਰ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਾਂ ਇੱਕ ਅੱਡਾ ਵੱਡਾ ਬ੍ਰਾਂਡ ਨੇਮ ਹੁੰਦੇ ਹੋਏ ਵੀ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਵਰਗੇ ਇੱਕ ਰਿਜੈਕਟਡ ਲੀਡਰ ਜਿਨ੍ਹਾਂ ਨੂੰ ਪਾਰਟੀ ਚੋਂ ਕੱਢਿਆ ਜਾਂਦਾ ਹੈ, ਜਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ, ਕੀ ਲੋੜ ਪੈ ਗਈ ਸੀ ਮੋਦੀ ਵਰਗੇ ਵੱਡੇ ਬ੍ਰਾਂਡ ਨੇਮ ਨੂੰ ਤੇ ਬੀਜੇਪੀ ਵਰਗੀ ਇੱਕ ਵੱਡੀ ਪਾਰਟੀ ਨੂੰ ਪੰਜਾਬ ਦੇ ਵਿੱਚ ਉਹਨਾਂ ਪਾਰਟੀਆਂ ਦਾ ਹੱਥ ਫੜਨ ਦੀ ਜਿਨ੍ਹਾਂ ਦਾ ਕੋਈ ਸਿਆਸੀ ਵਜੂਦ ਹੀ ਨਹੀਂ ਮੈਂ ਮੰਨਦਾ। ਮਤਲਬ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਾਰੀਆਂ ਸੀਟਾਂ ਤੇ ਜਾਣ ਵਾਸਤੇ ਸਹਾਰੇ ਦੀ ਤਾਂ ਲੋੜ ਪੈਂਦੀ ਹੈ ਨਾ। ਅਕਾਲੀ ਦਲ ਸੰਯੁਕਤ ਦੀ ਜ਼ਰੂਰਤ ਸੀ ਇਸ ਵਾਰ। ਨਹੀਂ ਪੈਂਦੀ ਹੈ ਨਾ। ਫਿਰ ਇਹ ਵਾਲਾ 2014 ਵਾਲਾ ਮੋਦੀ ਬ੍ਰਾਂਡ ਨੇਮ ਨਹੀਂ ਚੱਲ ਸਕਦਾ। ਅੱਜ ਕੱਲ ਤਾਂ ਜ਼ਰੂਰਤ ਤੋਂ ਬਿਨਾਂ ਸ਼ਾਦੀ ਨਹੀਂ ਹੁੰਦੀ ਜੀ। ਇਹ ਤਾਂ ਗਠਬੰਧਨ ਹੈ। ਤੁਹਾਡੀ ਪਾਰਟੀ ਨੇ ਉਹੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅਲਾਇੰਸ ਕੀਤਾ। ਸੀਟਾਂ ਵਾਸਤੇ ਅਲਾਇੰਸ ਕਰ ਲਿਆ, ਕੋਈ ਗੁਨਾਹ ਤਾਂ ਨਹੀਂ ਕਰ ਲਿਆ? ਨਹੀਂ, ਤੁਸੀਂ ਕਹਿ ਰਹੇ ਹੋ ਕਿ 4.5 ਸਾਲ ਕੁਝ ਨਹੀਂ ਕੀਤਾ ਨਸ਼ਿਆਂ ਖਿਲਾਫ, ਉਸੇ ਬੰਦੇ ਨਾਲ ਤਾਂ ਆਪਣੀ ਪਾਰਟੀ ਮਿਲ ਕੇ ਚੁਣਾਵ ਲੜ ਰਹੀ ਹੈ। ਕੈਪਟਨ ਸਾਹਿਬ ਬੋਰਡਾਂ ਤੇ ਲਿਖਵਾ ਰਹੇ ਨੇ ਡਬਲ ਇੰਜਨ ਸਰਕਾਰ ਮੋਦੀ ਤੇ ਕੈਪਟਨ ਦੀ ਪੰਜਾਬ 'ਚ ਬਣੂਗੀ। ਪਰ ਤੁਹਾਡੇ ਬੀਜੇਪੀ ਦੇ ਜੋ ਵੀ ਹੋ ਰਹੀ ਹੈ ਸਾਰੀ ਇਲੈਕਸ਼ਨ ਦੀ ਪ੍ਰਚਾਰ ਸਮੱਗਰੀ ਛਪ ਰਹੀ ਹੈ, ਉਹਨਾਂ ਤੇ ਕਿਸੇ ਤੇ ਵੀ ਨਾ ਤਾਂ ਢੀਂਡਸਾ ਸਾਹਿਬ ਦੀ ਫੋਟੋ ਹੈ ਨਾ ਕੈਪਟਨ ਸਾਹਿਬ ਦੀ ਫੋਟੋ ਹੈ। ਇਹਦਾ ਕੀ ਕਾਰਨ ਹੈ? ਉਹ ਜ਼ਰੂਰਤ ਨਹੀਂ ਮਹਿਸੂਸ ਕੀਤੀ ਹੋਊਗੀ। ਅਲਾਇੰਸ ਦੀ ਜ਼ਰੂਰਤ ਮਹਿਸੂਸ ਕੀਤੀ, ਪਰ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਹੁਣ ਜ਼ਰੂਰਤ ਮਹਿਸੂਸ ਹੈ। ਜਦੋਂ ਵੀ ਇਹ ਸਾਰਾ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ, ਤੁਸੀਂ ਬੀਜੇਪੀ ਦੇ ਇੱਕ ਸਟੰਟਮੈਨ ਬਣ ਕੇ ਪਾਰਟੀ ਨਾਲ ਖੜੇ ਰਹੇ। ਬਹੁਤ ਜ਼ਿਆਦਾ ਤੁਹਾਡੀਆਂ ਵਾਇਲੈਂਟ ਸਟੇਟਮੈਂਟਸ ਆਈਆਂ, ਤੁਸੀਂ ਪੂਰਾ ਕਿਸਾਨਾਂ ਨੂੰ ਅਪੋਜ਼ ਕੀਤਾ। ਤੁਸੀਂ ਉਹਨਾਂ ਨੂੰ ਖਾਲਿਸਤਾਨੀ ਵੀ ਕਿਹਾ, ਇਹ ਵੀ ਕਿਹਾ ਕਿ ਇਹਨਾਂ ਕਰਕੇ ਵਪਾਰ ਪ੍ਰਭਾਵਿਤ ਹੋ ਰਿਹਾ ਹੈ, ਪੰਜਾਬ ਦਾ, ਦਿੱਲੀ ਦਾ ਲੋਕ ਪ੍ਰਭਾਵਿਤ ਹੋ ਰਹੇ ਨੇ। ਤੁਸੀਂ ਪਾਰਟੀ ਦੇ ਨਾਲ ਖੜੇ ਰਹੇ। ਇਹ ਬੀਜੇਪੀ ਨੂੰ ਨੁਕਸਾਨ ਕਰਨਗੇ ਜਾਂ ਕਾਂਗਰਸ ਨੂੰ ਨੁਕਸਾਨ ਕਰਨਗੇ? ਜਦਕਿ ਬੀਜੇਪੀ ਨੇ ਹੀ ਅਪੋਜ਼ ਕੀਤਾ। ਕਾਂਗਰਸ ਤਾਂ ਉਹਨਾਂ ਦੇ ਨਾਲ ਧਰਨਿਆਂ 'ਚ ਬੈਠੀ ਰਹੀ, ਆਮ ਆਦਮੀ ਪਾਰਟੀ ਤੋਂ ਉਹਨਾਂ ਨਾਲ ਧਰਨਿਆਂ 'ਚ ਬੈਠੀ ਰਹੀ, ਪਰ ਬੀਜੇਪੀ ਦਾ ਇੱਕ ਲੀਡਰ ਵੀ ਉੱਥੇ ਜਾ ਕੇ ਨਹੀਂ ਬੈਠਿਆ, ਬਲਕਿ ਅਪੋਜ਼ ਕੀਤਾ ਗਿਆ। ਤਾਂ ਹੁਣ ਇਹ ਬੀਜੇਪੀ ਨੂੰ ਨੁਕਸਾਨ ਨਹੀਂ ਕਰੂਗੀ, ਫਾਇਦਾ ਕਰੂਗੀ। ਤੁਸੀਂ ਕਿਹਾ ਸਿਆਸੀ ਮਨਸ਼ਾ ਸੀ ਅੰਦੋਲਨ ਦੇ ਪਿੱਛੇ, ਤੇ ਬੀਜੇਪੀ ਦੀ ਸਿਆਸੀ ਮਨਸ਼ਾ ਨਹੀਂ ਸੀ ਕਿ ਬਿਲਕੁਲ ਵਿਧਾਨ ਸਭਾ ਚੁਣਾਵ ਜਦੋਂ ਨਜ਼ਦੀਕ ਆ ਗਏ ਤਾਂ ਆਪਾਂ ਬਿੱਲ ਮਾਫ ਕਰਤੇ। ਪਹਿਲੇ ਨਹੀਂ ਕੀਤੇ ਗਏ, ਸਾਲ ਲੰਘ ਗਿਆ, 1.5 ਸਾਲ ਲੰਘ ਗਿਆ। ਤਾਂ ਬੀਜੇਪੀ ਦੀ ਸਿਆਸੀ ਮਨਸ਼ਾ ਵੀ ਮੈਂ ਮੰਨਦਾ ਫਿਰ ਜਿਹੜੇ ਬਿੱਲ ਰੱਦ ਕੀਤੇ ਗਏ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਰੁਣ ਕੌੜਾ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਸਾਡੇ ਨਾਲ ਜੋ ਸ਼ਖਸੀਅਤ ਨੇ ਉਹਨਾਂ ਨੂੰ ਬੀਜੇਪੀ ਦੇ ਵਿੱਚ ਪੰਜਾਬ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ। ਬੀਜੇਪੀ ਦੀ ਨੈਸ਼ਨਲ ਵਰਕਿੰਗ ਕਮੇਟੀ ਦੇ ਮੈਂਬਰ ਵੀ ਹਨ ਅਤੇ ਪੰਜਾਬ ਦੇ ਵਿੱਚ ਵੀ ਜਿਹੜੀ ਮੈਨੀਫੈਸਟੋ ਜਾਂ ਟਿਕਟ ਸਿਲੈਕਸ਼ਨ ਕਮੇਟੀ ਹੈ ਉਹਦੇ ਵੀ ਇੰਚਾਰਜ ਹਨ। ਯਾਨੀ ਕਿ ਜਿਨ੍ਹਾਂ ਦੇ ਰეკਮੈਂਡੇਸ਼ਨ ਤੇ ਕਹਿਣ ਤੇ ਪੰਜਾਬ ਵਿੱਚ ਬੀਜੇਪੀ ਦੀਆਂ ਟਿਕਟਾਂ ਦਿੱਤੀਆਂ ਜਾਂਦੀਆਂ ਜਾਂ ਮਨਾ ਕੀਤੀਆਂ ਜਾਂਦੀਆਂ। ਸਰਦਾਰ ਹਰਜੀਤ ਸਿੰਘ ਗਰੇਵਾਲ ਸਾਹਿਬ ਸਾਡੇ ਨਾਲ ਨੇ। ਮੈਂ ਸਵਾਗਤ ਕਰਦਾ ਗਰੇਵਾਲ ਸਾਹਿਬ ਤੁਹਾਡਾ, ਬਹੁਤ-ਬਹੁਤ ਸਵਾਗਤ ਤੁਹਾਡਾ ਸਕਾਈ ਨਿਊਜ਼ ਪੰਜਾਬ ਤੇ। ਗਰੇਵਾਲ ਸਾਹਿਬ, ਪਹਿਲਾ ਸਵਾਲ ਮੇਰਾ ਇਹ ਹੈ, ਤੁਹਾਡੇ ਘਰ ਵੱਲ ਆਉਂਦੇ ਹੋਏ ਵੀ ਮੈਂ ਇਸ ਚੀਜ਼ ਬਾਰੇ ਬਹੁਤ ਸੋਚਦਾ ਆ ਰਿਹਾ ਸੀਗਾ। ਕਾਂਗਰਸ ਵਿੱਚ ਜਦੋਂ ਕਿਸੇ ਦੀ ਟਿਕਟ ਕੱਟੀ ਜਾਂਦੀ ਹੈ ਜਾਂ ਮਨਾ ਕਰ ਦਿੱਤੀ ਜਾਂਦੀ ਹੈ, ਪੂਰਾ ਹਾਏ ਹੱਲਾ ਮਚ ਜਾਂਦਾ ਹੈ। ਚਾਹੇ ਆਪਾਂ ਗੱਲ ਕਰੀਏ ਹਰਜੋਤ ਕਮਲ ਦੀ, ਜੋ ਕਿ ਵਿਧਾਇਕ ਵੀ ਸੀ, ਉਹਨਾਂ ਦੀ ਟਿਕਟ ਕੱਟੀ ਗਈ, ਜਾਂ ਗੱਲ ਕਰੀਏ ਦਮਨ ਬਾਜਵਾ ਦੀ, ਜਾਂ ਗੱਲ ਕਰੀਏ ਜਗਮੋਹਨ ਕੰਗ ਦੀ ਜਿਹੜੇ ਖਰੜ ਤੋਂ ਨੇ, ਉਹਨਾਂ ਨੇ ਪੂਰਾ ਸੀਐਮ ਸਾਹਿਬ ਚੰਨੀ ਦੇ ਖਿਲਾਫ ਮੋਰਚਾ ਚੱਕਿਆ ਹੋਇਆ। ਬੀਜੇਪੀ ਦੇ ਵਿੱਚ ਇਹੋ ਜਿਹੀ ਕਿਹੜੀ ਗੁੜਤੀ ਹੈ ਜਾਂ ਕਿਹੜਾ ਇੱਥੇ ਕਲਚਰ ਹੈ ਕਿ ਤੁਹਾਡੀ ਅੱਜ ਟਿਕਟ ਨਹੀਂ ਮਿਲੀ, ਤੁਹਾਨੂੰ ਟਿਕਟ ਕੱਟੀ ਗਈ, ਪਰ ਤੁਸੀਂ ਫਿਰ ਵੀ ਪਾਰਟੀ ਨਾਲ ਥੰਮ ਬਣ ਕੇ ਖੜੇ ਹੋ? ਕੀ ਫਰਕ ਹੈ? ਕੋਈ ਪਿੱਛੋਂ ਦੀ ਟ੍ਰੇਨਿੰਗ ਹੈ, ਕੋਈ ਪਿੱਛੋਂ ਦੀ ਵਿਚਾਰਧਾਰਾ ਹੈ? ਉਹ ਕੀ ਚੀਜ਼ ਹੈ ਜਿਹੜੀ ਅੱਜ ਵੀ ਤੁਹਾਨੂੰ ਤੁਹਾਡੀ ਪਾਰਟੀ ਦੇ ਨਾਲ ਪੋਜ਼ਿਟਿਵਲੀ ਖੜਾ ਅਸੀਂ ਦੇਖਦੇ ਹਾਂ? ਪਹਿਲੀ ਗੱਲ ਤਾਂ ਇਹ ਹੈ ਕਿ ਬਹੁਤ ਲੋਕਾਂ ਨੂੰ ਇਹ ਲੱਗਦਾ ਕਿ ਮੇਰੀ ਟਿਕਟ ਕੱਟੀ ਗਈ। ਮੈਂ ਅਸਲ 'ਚ ਟਿਕਟ ਮੰਗੀ ਨਹੀਂ। ਮੈਂ ਸੰਗਠਨ ਦਾ ਕਾਰਜਕਰਤਾ, ਮੇਰਾ ਰੋਲ ਮੇਰਾ ਸੰਗਠਨ ਤੈਅ ਕਰਦਾ ਕਿ ਮੈਂ ਕੀ ਕਰਨਾ। ਮੈਂ ਕਦੇ ਇਹ ਨਹੀਂ ਕਿਹਾ ਕਿ ਮੈਂ ਆਹ ਕਰਨਾ, ਜੋ ਮੈਨੂੰ ਦੱਸਿਆ ਜਾਂਦਾ ਮੈਂ ਉਹੀ ਕਰਦਾ। ਜੇ ਮੈਨੂੰ ਅੰਡੇਮਾਨ ਨਿਕੋਬਾਰ ਭੇਜਿਆ ਤਾਂ ਮੈਂ ਉੱਥੇ ਚਲਾ ਗਿਆ, ਪਾਰਟੀ ਦਾ ਕੰਮ ਦੇਖਿਆ। ਜੇ ਹਰਿਆਣਾ 'ਚ ਭੇਜਤਾ ਮੈਂ ਉੱਥੇ ਪਾਰਟੀ ਦਾ ਕੰਮ ਦੇਖਿਆ। ਜੇ ਪੰਜਾਬ 'ਚ ਭੇਜਿਆ ਤਾਂ ਪੰਜਾਬ ਬੀਜੇਪੀ ਦਾ ਜਨਰਲ ਸੈਕਟਰੀ ਦੇ ਨਾਤੇ ਸਟੇਟ ਦੇ ਕੰਮ ਦੇਖਿਆ। ਜੇ ਨੈਸ਼ਨਲ ਲੈਵਲ 'ਤੇ ਲੈ ਗਏ ਤਾਂ ਮੈਂ ਕਿਸਾਨ ਮੋਰਚਾ ਬੀਜੇਪੀ ਦਾ ਆਲ ਇੰਡੀਆ ਲੈਵਲ 'ਤੇ ਇੰਚਾਰਜ ਰਿਹਾ, ਔਰ ਜੇ ਨੈਸ਼ਨਲ ਸੈਕਟਰੀ ਰਿਹਾ, ਔਰ ਜਿੱਥੇ ਜਿੱਥੇ ਵੀ ਮੈਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਉਹ ਪੂਰੀਆਂ ਕੀਤੀਆਂ। ਹੁਣ ਜਿਹੜੀ ਜ਼ਿੰਮੇਵਾਰੀ ਦੇਣਗੇ, ਕੋਈ ਤੈਅ ਕਰਨਗੇ ਤਾਂ ਠੀਕ ਆ। ਪਰ ਤੁਹਾਡੇ ਵੱਲੋਂ ਪਿੱਛੇ ਕੁਝ ਦੌਰਾਨ ਸੁਣਿਆ ਵੀ ਜਾ ਰਿਹਾ ਸੀਗਾ ਕਿ ਮੇਰੀ ਟਿਕਟ ਪੱਕੀ ਹੈ, ਬਗੈਰ ਵਿਧਾਇਕ ਬਣੇ, ਬਗੈਰ ਟਿਕਟ ਲੜੇ, ਚੁਣਾਵ ਦੇ ਵਿੱਚ ਬਗੈਰ ਅਖਾੜੇ ਵਿੱਚ ਉਤਰੇ, ਤੁਸੀਂ ਆਪਣੇ ਹਲਕੇ ਦੇ ਲੋਕਾਂ ਦਾ, ਜੋ ਕਿ ਤੁਸੀਂ ਕਹਿ ਰਹੇ ਹੋ ਮੈਂ ਤਾਂ ਸੇਵਕ ਹਾਂ ਲੋਕਾਂ ਦਾ, ਹਲਕੇ ਦਾ, ਉਹ ਕਰ ਪਾਓਗੇ? ਦੇਖੋ, ਮੈਂ ਪਿਛਲਾ ਚੁਣਾਵ ਲੜਿਆ ਸੀ ਰਾਜਪੁਰਾ ਵਿਧਾਨ ਸਭਾ ਤੋਂ। ਮੈਂ 5 ਸਾਲ ਉੱਥੇ ਹੀ ਰਹਿ ਕੇ ਸੇਵਾ ਕੀਤੀ, ਔਰ ਅੱਜ ਫਿਰ ਵਰਕਰ ਸਾਰੇ ਇਕੱਠੇ ਹੋਏ ਸੀ। ਫਿਰ ਉਹਨਾਂ ਨੇ ਮੇਰੇ ਕੋਲੋਂ ਵਾਅਦਾ ਲਿਆ ਕਿ ਤੁਸੀਂ ਸਾਨੂੰ ਨਹੀਂ ਛੱਡੋਗੇ। ਤੇ ਵਿਧਾਇਕ, ਐਮਐਲਏ ਜਾਂ ਐਮਪੀ ਜਾਂ ਪ੍ਰਧਾਨ, ਉਹ ਪਾਰਟੀਆਂ ਬਣਾਉਂਦੀਆਂ ਨੇ, ਉਹੀ ਕਰ ਸਕਦੀਆਂ ਨੇ, ਲੀਡਰ ਨਹੀਂ ਬਣਾ ਸਕਦੀਆਂ। ਲੀਡਰ ਤੁਸੀਂ ਸੜਕਾਂ 'ਤੇ ਘੁੰਮ ਕੇ ਲੋਕਾਂ 'ਚ ਜਾ ਕੇ ਤੇ ਆਪਣਾ ਸੰਘਰਸ਼ ਕਰਦੇ ਹੋਏ ਫਿਰ ਬਣਦੇ ਹੋ। ਤੇ ਮੈਂ ਇਹ ਮੰਨਦਾ ਕਿ ਮੈਂ ਲੀਡਰ ਹਾਂ। ਮੈਂ ਨਾ ਵਿਧਾਇਕ ਹਾਂ, ਨਾ ਪ੍ਰਧਾਨ ਹਾਂ, ਨਾ ਸੈਕਟਰੀ ਹਾਂ। ਤੇ ਉਹਦੇ 'ਚ ਨਾ ਤੁਹਾਨੂੰ ਪਾਰਟੀ ਦੀ ਜ਼ਰੂਰਤ ਹੁੰਦੀ ਹੈ, ਨਾ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਹੁਣ ਤਾਂ ਸੰਗਠਨ ਨੇ ਜੇ ਮੇਰਾ ਫਾਇਦਾ ਲੈਣਾ ਹੋਵੇ ਲੈ ਸਕਦੇ ਆ। ਪਹਿਲਾਂ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਲੋਕ ਬੀਜੇਪੀ ਦੇ ਅੰਦਰ ਹੈ ਹੱਲਾ ਨਹੀਂ ਕਰਦੇ, ਉਹ ਗੱਲ ਠੀਕ ਆ ਕਿ ਦੋ ਤਰ੍ਹਾਂ ਦੇ ਲੋਕ ਅੱਜ ਕੱਲ੍ਹ ਰਾਜਨੀਤੀ 'ਚ ਆਉਂਦੇ ਆ। ਇੱਕ ਤਾਂ ਆਉਂਦੇ ਆ ਜਲਦੀ ਅਮੀਰ ਬਣਨ ਲਈ, ਉਹ ਧੰਦੇ ਦੇ ਰੂਪ 'ਚ ਰਾਜਨੀਤੀ ਨੂੰ ਪ੍ਰੋਫੈਸ਼ਨ ਦੇ ਰੂਪ 'ਚ ਅਪਣਾਉਂਦੇ ਆ। ਉਹ ਜ਼ਿਆਦਾ ਨੇ ਅੱਜ ਕੱਲ੍ਹ, ਜਦੋਂ ਕਿ ਪਹਿਲਾਂ ਉਹ ਘੱਟ ਹੁੰਦੇ ਸੀ। ਔਰ ਕੁਛ ਲੋਕ ਆਉਂਦੇ ਆ ਵਿਚਾਰਧਾਰਾ ਨਾਲ ਜੁੜ ਕੇ, ਜੋ ਮੁੱਦਿਆਂ ਦੀ ਰਾਜਨੀਤੀ ਕਰਨ ਆਉਂਦੇ ਆ, ਜੋ ਸੇਵਾ ਭਾਵਨਾ ਨਾਲ ਆਉਂਦੇ ਆ। ਉਹ ਬੀਜੇਪੀ 'ਚ ਜ਼ਿਆਦਾ ਨੇ, ਇਸ ਕਰਕੇ ਜਾਂ ਤਾਂ ਉਹ ਕਮਿਊਨਿਸਟਾਂ 'ਚ ਵੀ ਹੁੰਦੇ ਆ, ਕਿਉਂਕਿ ਭਾਰਤੀ ਕਮਿਊਨਿਸਟ ਪਾਰਟੀ ਜਿਹੜੀ ਹੈ ਕੈਡਰ ਬੇਸਡ ਕਮ ਮਾਸ ਬੇਸਡ ਆਰਗੇਨਾਈਜੇਸ਼ਨ ਹੈ। ਇਸੇ ਤਰ੍ਹਾਂ ਹੀ ਭਾਰਤੀ ਜਨਸੰਘ ਜਿਹੜੀ ਅੱਜ ਭਾਰਤੀ ਜਨਤਾ ਪਾਰਟੀ, ਉਹ ਵੀ ਕੈਡਰ ਬੇਸਡ ਕਮ ਮਾਸ ਬੇਸਡ ਆਰਗੇਨਾਈਜੇਸ਼ਨ ਹੈ। ਠੀਕ ਹੈ। ਤੇ ਮੈਂ ਬੀਜੇਪੀ 'ਚ 32 ਸਾਲ ਤੋਂ ਜੁੜਿਆ ਹੋਇਆ, ਔਰ ਲਗਾਤਾਰ ਕੰਮ ਕਰ ਰਿਹਾ। ਸੰਘ ਦਾ ਵੀ ਸਵੈਂ ਸੇਵਕ ਹਾਂ, ਤੇ ਇਸ ਕਰਕੇ ਵਿਚਾਰਧਾਰਕ ਜੁੜਿਆ ਹੋਇਆ। ਤੇ ਵੈਸੇ ਤਾਂ ਦੂਸਰੀ ਪਾਰਟੀ 'ਚ ਕੋਈ ਹੁੰਦਾ ਤਾਂ ਹੁਣ ਤੱਕ ਛੱਡ ਕੇ 10 ਪਾਰਟੀਆਂ ਬਦਲ ਗਿਆ ਹੁੰਦਾ, ਤੇ ਅਸੀਂ ਵਿਚਾਰਧਾਰਾ ਨਾਲ ਜੁੜੇ ਹੋਏ ਹਾਂ, ਇਸ ਕਰਕੇ ਨਹੀਂ ਬਦਲਦੇ ਪਾਰਟੀਆਂ। ਔਰ ਅੱਜ ਮਾਨਯੋਗ ਮਦਨ ਮੋਹਨ ਮਿੱਤਲ ਜੀ ਨੇ ਪਾਰਟੀ ਛੱਡੀ ਹੈ ਤੇ ਅਕਾਲੀ ਦਲ ਚਲੇ ਗਏ। ਤੇ ਮੈਨੂੰ ਉਹਨਾਂ ਦਾ ਬੜਾ ਦੁੱਖ ਹੋਇਆ ਇਹ ਸੁਣ ਕੇ, ਕਿਉਂਕਿ ਉਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਸੀ।
ਜਦੋਂ ਆਤੰਕਵਾਦ ਦਾ ਸਮੇਂ ਸੀ ਉਸ ਵੇਲੇ ਕੋਈ ਪ੍ਰਧਾਨ ਬਣਨ ਨੂੰ ਵੀ ਤਿਆਰ ਨਹੀਂ ਸੀ, ਜਦੋਂ ਬਾਬੂ ਹਿਤਵਲਾਸ਼ੀ ਦੀ ਹੱਤਿਆ ਕਰ ਦਿੱਤੀ ਗਈ, ਸ਼ਹੀਦ ਕਰ ਦਿੱਤੇ ਗਏ। ਮਤਲਬ ਤੁਸੀਂ ਬੀਜੇਪੀ ਦਾ ਬਹੁਤ ਵੱਡਾ ਨੁਕਸਾਨ ਮੰਨਦੇ ਹੋ ਮਦਨ ਮੋਹਨ ਮਿੱਤਲ ਦਾ ਛੱਡ ਕੇ ਜਾਣਾ ਪਾਰਟੀ ਚੋਂ? ਨੁਕਸਾਨ ਨਹੀਂ, ਇਸ ਤਰ੍ਹਾਂ ਦਾ ਕੰਮ ਹੁੰਦਾ ਹੀ ਨਹੀਂ ਹੈ ਸਾਡੇ, ਤੇ ਉਹ ਛੱਡ ਕੇ ਗਏ ਨੇ। ਪਰ ਮੈਨੂੰ ਲੱਗਦਾ ਕਿ ਜਿਹੜੇ ਵੀ ਸਾਨੂੰ ਛੱਡ ਕੇ ਜਾਂਦੇ ਆ, ਉਮਾ ਸ਼੍ਰੀ ਭਾਰਤੀ ਗਏ ਸੀ, ਕਲਿਆਣ ਸਿੰਘ ਜੀ ਗਏ, ਕਈ ਲੋਕ ਹੋਰ ਵੀ ਗਏ, ਉਹਨਾਂ ਨੂੰ ਵਾਪਸ ਆਉਣਾ ਪੈਂਦਾ। ਹੋਰ ਕਿਤੇ ਉਹਨਾਂ ਦਾ ਦਮ ਘੁੱਟਣ ਲੱਗ ਜਾਂਦਾ, ਉਹ ਰਹਿ ਨਹੀਂ ਸਕਦੇ ਕਿਉਂਕਿ ਵਿਚਾਰਧਾਰਾ ਨਾਲ ਜੁੜੇ ਹੁੰਦੇ ਆ। ਤੇ ਮਦਨ ਮੋਹਨ ਮਿੱਤਲ ਜੀ ਵੀ ਉਸੇ ਤਰ੍ਹਾਂ ਦੀ ਸ਼ਖਸੀਅਤ ਨੇ, ਤੇ ਕਿਤੇ ਨਾ ਕਿਤੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ। ਉਹਨਾਂ ਦੀ ਪ੍ਰੋਬਲਮ ਕੋਈ ਸੀਗੀ ਤਾਂ ਐਡਰੈਸ ਕਰਨਾ ਚਾਹੀਦਾ ਸੀ, ਤੇ ਉਹਨਾਂ ਨੂੰ ਵੀ ਇੰਨੀ ਜਲਦਬਾਜ਼ੀ 'ਚ ਫੈਸਲਾ ਨਹੀਂ ਲੈਣਾ ਚਾਹੀਦਾ ਸੀ। ਪਰ ਮੈਨੂੰ ਇਸ ਚੀਜ਼ ਦਾ ਦੁੱਖ ਤੁਸੀਂ ਕੋਸ਼ਿਸ਼ ਕੀਤੀ ਉਹਨਾਂ ਨਾਲ ਰਾਬਤਾ ਕਾਇਮ ਕਰਨ ਵਾਸਤੇ ਵੀ ਪਾਰਟੀ ਛੱਡ ਕੇ ਨਾ ਜਾਣ? ਨਹੀਂ, ਇਹਨਾਂ ਦਿਨਾਂ 'ਚ ਕੋਈ ਘਟਨਾ ਹੋਈ ਹੈ ਤੇ ਮੇਰੇ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਹੋਈ, ਗੱਲ ਨਹੀਂ ਹੋਈ, ਤੇ ਹੁਣ ਤਾਂ ਉਹ ਛੱਡ ਹੀ ਗਏ। ਔਰ ਮੈਂ ਇਹ ਸਮਝਦਾ ਕਿ ਉਹਨਾਂ ਦੇ ਬੇਟੇ ਨੂੰ ਵੀ ਟਿਕਟ ਦਿੱਤੀ ਅਨੰਦਪੁਰ ਸਾਹਿਬ ਤੋਂ, ਔਰ ਮੈਂ ਸਮਝਦਾ ਵੀ ਉਹਨਾਂ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ। ਤੇ ਹੁਣ ਤਾਂ ਹੋਰ ਉਹਨਾਂ ਨੂੰ ਕੀ ਕਹਿ ਸਕਦੇ ਹਾਂ। ਕੀ ਵਿਜ਼ਨ ਹੈ ਗਰੇਵਾਲ ਸਾਹਿਬ ਬੀਜੇਪੀ ਦਾ 2022 ਵਿਧਾਨ ਸਭਾ ਚੁਣਾਵਾਂ ਦੇ ਵਿੱਚ? ਕੀ ਏਜੰਡਾ ਹੈ, ਕੀ ਵਿਜ਼ਨ ਹੈ? ਕਿਵੇਂ ਬੀਜੇਪੀ ਵੋਟਾਂ ਲੈ ਕੇ ਆਊਗੀ ਜਿੱਥੇ ਕਦੀ ਬੀਜੇਪੀ ਦੀ ਸਰਕਾਰ ਬਗੈਰ ਕਿਸੇ ਪਾਰਟੀ ਦੇ ਅਲਾਇੰਸ ਤੋਂ ਨਹੀਂ ਬਣੀ, ਤੇ ਇਸ ਵਾਰ ਤੁਹਾਡੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ, ਢੀਂਡਸਾ ਨੂੰ ਚੁਣਿਆ। ਮੋਦੀ ਇੱਕ ਬਹੁਤ ਵੱਡਾ ਬ੍ਰਾਂਡ ਨੇਮ ਹੈ, ਨਰਿੰਦਰ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਤਾਂ ਇੱਕ ਅੱਡਾ ਵੱਡਾ ਬ੍ਰਾਂਡ ਨੇਮ ਹੁੰਦੇ ਹੋਏ ਵੀ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਵਰਗੇ ਇੱਕ ਰਿਜੈਕਟਡ ਲੀਡਰ ਜਿਨ੍ਹਾਂ ਨੂੰ ਪਾਰਟੀ ਚੋਂ ਕੱਢਿਆ ਜਾਂਦਾ ਹੈ, ਜਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ, ਕੀ ਲੋੜ ਪੈ ਗਈ ਸੀ ਮੋਦੀ ਵਰਗੇ ਵੱਡੇ ਬ੍ਰਾਂਡ ਨੇਮ ਨੂੰ ਤੇ ਬੀਜੇਪੀ ਵਰਗੀ ਇੱਕ ਵੱਡੀ ਪਾਰਟੀ ਨੂੰ ਪੰਜਾਬ ਦੇ ਵਿੱਚ ਉਹਨਾਂ ਪਾਰਟੀਆਂ ਦਾ ਹੱਥ ਫੜਨ ਦੀ ਜਿਨ੍ਹਾਂ ਦਾ ਕੋਈ ਸਿਆਸੀ ਵਜੂਦ ਹੀ ਨਹੀਂ ਮੈਂ ਮੰਨਦਾ? ਇਸ ਤਰ੍ਹਾਂ ਪਹਿਲੀ ਗੱਲ ਤਾਂ ਇਹ ਹੈ ਕਿ ਬੀਜੇਪੀ ਪੰਜਾਬ ਦੇ ਅੰਦਰ ਪਿਛਲੇ 23 ਸਾਲਾਂ ਤੋਂ ਵੱਧ ਸਮਾਂ 200 ਕਿਲੋਮੀਟਰ ਮਾਲਵਾ ਦਾ ਏਰੀਆ ਜਿੱਥੇ ਅਸੀਂ ਚੁਣਾਵ ਨਹੀਂ ਲੜਦੇ ਸੀ, ਔਰ 3 ਸੀਟਾਂ ਲੋਕ ਸਭਾ ਦੀਆਂ ਜਿਹੜੀਆਂ ਇੱਕ ਸਾਈਡ ਦੀਆਂ ਹੀ ਲੜਦੇ ਆ, ਹੁਸ਼ਿਆਰਪੁਰ, ਅੰਮ੍ਰਿਤਸਰ ਸਾਹਿਬ ਔਰ ਗੁਰਦਾਸਪੁਰ। ਸੌਰੀ। ਤੇ ਮੈਂ ਇਹ ਸਮਝਦਾ ਕਿ ਉਹ ਜਿਹੜੀਆਂ ਸੀਟਾਂ ਅਸੀਂ ਲੜਦੇ ਸੀ, ਬਾਕੀ ਹਿੱਸਾ ਖਾਲੀ ਰਹਿੰਦਾ ਸੀ। ਇਹ ਜਦੋਂ ਤੱਕ ਲੋਕਤੰਤਰ ਅੰਦਰ ਤੁਸੀਂ ਇਲੈਕਟਰਲ ਪੋਲਿਟਿਕਸ 'ਚ ਨਹੀਂ ਜਾਂਦੇ, ਤੁਹਾਡਾ ਆਧਾਰ ਨਹੀਂ ਵੱਧਦਾ। ਕੈਡਰ ਤਾਂ ਸਾਡੀ ਕੈਡਰ ਬੇਸਡ ਆਰਗੇਨਾਈਜੇਸ਼ਨ ਹੈ, ਕੈਡਰ ਤਾਂ 100 200 ਲੋਕਾਂ ਦਾ ਸਭ ਜਗ੍ਹਾ ਖੜਾ ਰਹਿੰਦਾ। ਪਰ ਜਿਹੜੇ ਜੇ ਕੈਡਰ ਵਾਲੀਆਂ ਪਾਰਟੀਆਂ ਚੁਣਾव ਜਿੱਤਦੀਆਂ ਤਾਂ ਕੈਡਰ ਬੇਸਡ ਕਮ ਮਾਸ ਬੇਸਡ ਦੋ ਹੀ ਆਰਗੇਨਾਈਜੇਸ਼ਨ ਸੀ, ਇੱਕ ਤਾਂ ਭਾਰਤੀ ਕਮਿਊਨਿਸਟ ਪਾਰਟੀ, ਇੱਕ ਭਾਰਤੀ ਜਨਸੰਘ, ਔਰ ਦੋਨਾਂ ਦੀ ਕਦੇ ਸਰਕਾਰ ਨਹੀਂ ਬਣੀ। ਸਰਕਾਰ ਉਦੋਂ ਬਣਦੀ ਆ ਜਦੋਂ ਤੁਸੀਂ ਆਪਣਾ ਸੰਗਠਨ ਖੜਾ ਕਰਕੇ ਉਹਦੀ ਮੁੱਖ ਧਾਰਾ ਨਾਲ ਆਮ ਜਨਤਾ ਨੂੰ ਜੋੜ ਲੈਂਦੇ ਹੋ। ਤੇ ਤੁਹਾਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਨਾਲ ਤੁਸੀਂ ਆਮ ਜਨਤਾ ਨੂੰ ਜੋੜ ਲਿਆ? ਜੋ ਕਿ ਨਹੀਂ, ਮੈਂ ਉਹ ਨਹੀਂ ਗੱਲ ਕਰ ਰਿਹਾ। ਕਲੰਕ ਲਗਾ ਕੇ ਬੈਠੇ ਨੇ 4.5 ਸਾਲ ਦਾ। ਨਹੀਂ, ਮੈਂ ਉਹ ਨਹੀਂ ਗੱਲ ਕਰ ਰਿਹਾ। ਮੈਂ ਜਿਹੜੀ ਗੱਲ ਕਰ ਰਿਹਾ ਉਹ ਸੁਣੋ। ਅਸੀਂ ਜਦੋਂ ਸਾਡੀ ਸਰਕਾਰ ਆਈ ਉਸ ਵੇਲੇ USA ਨੇ ਵੀ 2014 'ਚ ਇਹ ਸਰਵੇ ਸੀ ਉਹਨਾਂ ਦਾ, ਜਿਹੜਾ ਕਦੇ ਉਹਨਾਂ ਦਾ ਗਲਤ ਨਹੀਂ ਜਾਂਦਾ। ਉਹ ਕਹਿੰਦੇ ਸੀ ਬੀਜੇਪੀ ਨੂੰ 100 ਤੋਂ 120 ਦੇ ਵਿੱਚ ਸੀਟਾਂ ਆਉਣਗੀਆਂ, ਪਰ ਸਾਨੂੰ ਸੀਟਾਂ ਆਈਆਂ ਪੂਰੀ ਮੈਜੋਰਿਟੀ। ਉਹ ਕਿਉਂ ਆਈਆਂ ਕਿ ਨਰਿੰਦਰ ਮੋਦੀ ਦੇ ਰੂਪ 'ਚ ਅਸੀਂ ਕਿਹਾ ਵੀ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ, ਸਭ ਕਾ ਪ੍ਰयास। ਠੀਕ ਹੈ, ਹੁਣ ਉਹ ਜੁੜ ਗਿਆ, ਸਭ ਕਾ ਪ੍ਰयास ਹੁਣ ਜੁੜਿਆ। ਤੇ ਉਹ ਉਹਨਾਂ ਨੇ 400 ਤੋਂ ਵੱਧ ਰੈਲੀਆਂ ਕਰਕੇ ਆਪਦੀ ਮੇਨ ਸਟ੍ਰੀਮ ਨਾਲ, ਮੁੱਖ ਧਾਰਾ ਨਾਲ ਆਮ ਜਨਤਾ ਜੋੜ ਲਈ, ਤੇ ਉਹਦਾ ਬੀਜੇਪੀ ਨੂੰ ਫਾਇਦਾ ਹੋਇਆ। ਅਸਲ ਗੱਲ ਇਹ ਸੀ। ਤੇ ਇਸੇ ਤਰ੍ਹਾਂ ਹੀ ਅੱਜ ਬੀਜੇਪੀ ਕੋਲ ਜਿਹੜੀ ਪੰਜਾਬ ਬੀਜੇਪੀ ਹੈ, ਇਹਦੇ ਕੋਲ 94 ਸੀਟਾਂ ਸੀ ਖਾਲੀ, ਔਰ 1 ਸਾਲ ਸਾਡੇ ਤੇ ਹਮਲੇ ਹੁੰਦੇ ਰਹੇ ਜਿਹਨੂੰ ਅਸੀਂ ਰਾਜਨੀਤਿਕ ਆਤੰਕਵਾਦ ਕਹਿੰਦੇ ਹਾਂ, ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਸੀ। ਉਹਨਾਂ ਦੇ ਵਰਕਰਾਂ ਦੇ ਅਦਾਰੇ ਬੰਦ ਹੁੰਦੇ ਰਹੇ, ਉਹਨਾਂ ਨੂੰ ਡਿਮੋਰਲਾਈਜ਼ ਕੀਤਾ ਗਿਆ। ਫਿਰ ਵੀ ਉਹ ਵਿਚਾਰਧਾਰਾ ਨਾਲ ਜੁੜੇ ਹੋਣ ਕਰਕੇ ਉਹ ਡਿਮੋਰਲਾਈਜ਼ ਨਹੀਂ ਹੋਏ। ਤੇ ਪਰ ਸਾਨੂੰ ਇਹ ਮੌਕਾ ਹੀ ਨਹੀਂ ਮਿਲਿਆ ਕਿ ਅਸੀਂ ਉਹਨਾਂ ਸੀਟਾਂ ਦੀ ਤਿਆਰੀ ਕਰ ਸਕੀਏ, ਤੇ ਇਸ ਕਰਕੇ ਸਾਨੂੰ ਜ਼ਰੂਰਤ ਸੀ। ਮਤਲਬ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਾਰੀਆਂ ਸੀਟਾਂ ਤੇ ਜਾਣ ਵਾਸਤੇ ਸਹਾਰੇ ਦੀ ਤਾਂ ਲੋੜ ਪੈਂਦੀ ਹੈ ਨਾ, ਅਕਾਲੀ ਦਲ ਸੰਯੁਕਤ ਦੀ ਜ਼ਰੂਰਤ ਸੀ ਇਸ ਵਾਰ ਬੀਜੇਪੀ ਨੂੰ। ਪੈਂਦੀ ਹੈ ਨਾ। ਫਿਰ ਇਹ ਵਾਲਾ 2014 ਵਾਲਾ ਮੋਦੀ ਬ੍ਰਾਂਡ ਨੇਮ ਨਹੀਂ ਚੱਲ ਸਕਦਾ। ਅੱਜ ਕੱਲ੍ਹ ਤਾਂ ਜ਼ਰੂਰਤ ਤੋਂ ਬਿਨਾਂ ਸ਼ਾਦੀ ਨਹੀਂ ਹੁੰਦੀ ਜੀ। ਇਹ ਤਾਂ ਗਠਬੰਧਨ ਆ। ਤਾਂ ਗਠਬੰਧਨ ਮੋਦੀ ਸਾਹਿਬ ਦੀ ਬੀਜੇਪੀ ਦੀ ਜ਼ਰੂਰਤ ਸੀ ਕਿਉਂਕਿ ਇਹ ਸੀਟਾਂ ਨਹੀਂ ਕੱਢ ਪਾਈ। ਉਹਨਾਂ ਦੀ ਵੀ ਜ਼ਰੂਰਤ ਸੀ, ਸਾਡੀ ਵੀ ਜ਼ਰੂਰਤ ਸੀ, ਤਾਂ ਹੀ ਹੋਇਆ ਨਾ। ਤੇ ਉਹਦੇ 'ਚ ਮੈਂ ਇਹ ਸਮਝਦਾ
ਕਿ ਹੁਣ ਬੀਜੇਪੀ ਦਾ ਇਸ ਤੋਂ ਬਾਅਦ ਆਧਾਰ ਖੜਾ ਹੋਏਗਾ। ਤੁਹਾਨੂੰ ਲੱਗਦਾ ਹੈ ਬੀਜੇਪੀ ਬਹੁਮਤ ਲੈ ਸਕਦੀ ਹੈ? ਦੇਖੋ, ਦੋ ਘੋੜਿਆਂ ਦੇ ਸਿਰ ਤੇ ਬੀਜੇਪੀ ਸਵਾਰ ਹੋ ਕੇ। ਇਹ ਤਾਂ ਜੇ ਤੁਹਾਨੂੰ ਕੋਈ ਜੋਤਸ਼ੀ ਜਾਣਦਾ ਹੋਵੇ ਉਹਦੇ ਕੋਲ ਚੱਲਦੇ ਆ, ਉਹ ਦੱਸ ਦਊਗਾ। ਅੱਛਾ। ਤੇ ਜਾਂ ਸੁਖਬੀਰ ਸਿੰਘ ਬਾਦਲ, ਬੀਜੇਪੀ ਦੇ ਤਾਂ ਜੋਤਸ਼ੀ ਤੁਸੀਂ ਹੀ ਹੋ ਗਰੇਵਾਲ ਸਾਹਿਬ ਪੰਜਾਬ ਵਿੱਚ। ਜਾਂ ਸਰਦਾਰ ਸੁਖਬੀਰ ਸਿੰਘ ਬਾਦਲ, ਉਹ ਵੀ ਜੋਤਸ਼ੀ ਨੇ। ਅੱਛਾ। ਮੈਂ ਜੋਤਸ਼ੀ ਨਹੀਂ, ਮੈਂ ਐਕਟਿਵਿਸਟ ਹਾਂ, ਬੀਜੇਪੀ ਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਕਾਰਜਕਰਤਾ ਹਾਂ। ਤੇ ਮੈਂ ਤਾਂ ਇਹ ਦੱਸ ਸਕਦਾ ਕਿ ਅਸੀਂ ਵੱਡੀ ਰਾਜਨੀਤਿਕ ਧਿਰ ਹੋਵਾਂਗੇ ਆਉਣ ਵਾਲੇ ਸਮੇਂ 'ਚ ਪੰਜਾਬ ਦੀ। ਤੇ ਹਰ ਚੀਜ਼ ਨੂੰ ਸਮਾਂ ਲੱਗਦਾ, ਜਲਦੀ 'ਚ ਕੋਈ ਗੱਲ ਕਹਿਣੀ। ਅੱਜ ਕੈਂਡੀਡੇਟ ਦਿੱਤੇ ਆ, ਉਸ ਤੋਂ ਬਾਅਦ ਉਹਨਾਂ ਦੀ ਪਰਫਾਰਮੈਂਸ, ਲੋਕਾਂ ਦਾ ਉਸ ਨਾਲ ਜੁੜਾਓ ਕਿੰਨਾ ਹੁੰਦਾ, ਕਿਉਂਕਿ ਪਾਰਟੀਆਂ 5 ਮੈਦਾਨ 'ਚ ਨੇ ਵੀ ਕਿਸਾਨ ਵੀ ਆ ਗਏ, ਸੰਯੁਕਤ ਸਮਾਜ ਮੋਰਚਾ ਜਿਹਨੂੰ ਕਹਿ ਰਹੇ ਆ। ਕੀ ਤੁਸੀਂ ਕਹਿਣਾ ਚਾਹੋਗੇ ਸਰ, ਕੀ ਫਿਊਚਰ ਹੈ ਸੰਯੁਕਤ ਸਮਾਜ ਦਾ, ਕਿਸਾਨ ਮੋਰਚੇ ਦਾ? ਅਜੇ ਦੇਖੋ ਕਿੰਨੀਆਂ ਸੀਟਾਂ ਲੈ ਸਕਦੇ ਨੇ, ਕੀ ਫਿਊਚਰ ਹੈ ਇਹਨਾਂ ਦਾ? ਹੁਣ ਉਹਨਾਂ ਦੇ ਦੇਖੋ ਉਮੀਦਵਾਰ ਆਏ ਨੇ, ਉਹਦਾ ਨੁਕਸਾਨ ਜਿਹੜਾ ਹੋਣਾ ਨਾ, ਉਹ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਔਰ ਆਮ ਆਦਮੀ ਪਾਰਟੀ ਨੂੰ ਹੋਣਾ। ਆਮ ਆਦਮੀ ਪਾਰਟੀ ਦੇ ਬੀਜੇਪੀ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਫਾਇਦਾ ਹੋਊਗਾ? ਸਾਨੂੰ ਨੁਕਸਾਨ ਨਹੀਂ ਹੋਣਾ, ਘੱਟੋ ਘੱਟ ਫਾਇਦਾ ਹੋਊਗਾ। ਫਾਇਦਾ ਤਾਂ ਹੁਣ ਅੱਗੇ ਪਤਾ ਚੱਲੇਗਾ, ਉਹ ਸਾਡੀ ਲੱਤਾਂ 'ਚ ਕਿੰਨੀ ਜਾਨ ਆ। ਤੁਸੀਂ ਜਦੋਂ ਵੀ ਇਹ ਸਾਰਾ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ, ਤੁਸੀਂ ਬੀਜੇਪੀ ਦੇ ਇੱਕ ਸਟੰਟਮੈਨ ਬਣ ਕੇ ਪਾਰਟੀ ਨਾਲ ਖੜੇ ਰਹੇ। ਬਹੁਤ ਜ਼ਿਆਦਾ ਤੁਹਾਡੀਆਂ ਵਾਇਲੈਂਟ ਸਟੇਟਮੈਂਟਸ ਆਈਆਂ, ਤੁਸੀਂ ਪੂਰਾ ਕਿਸਾਨਾਂ ਨੂੰ ਅਪੋਜ਼ ਕੀਤਾ, ਤੁਸੀਂ ਉਹਨਾਂ ਨੂੰ ਖਾਲਿਸਤਾਨੀ ਵੀ ਕਿਹਾ, ਇਹ ਵੀ ਕਿਹਾ ਕਿ ਇਹਨਾਂ ਕਰਕੇ ਵਪਾਰ ਪ੍ਰਭਾਵਿਤ ਹੋ ਰਿਹਾ ਹੈ, ਪੰਜਾਬ ਦਾ, ਦਿੱਲੀ ਦਾ ਲੋਕ ਪ੍ਰਭਾਵਿਤ ਹੋ ਰਹੇ ਨੇ, ਤੁਸੀਂ ਪਾਰਟੀ ਦੇ ਨਾਲ ਖੜੇ ਰਹੇ। ਤਾਂ ਹੁਣ ਇਹ ਬੀਜੇਪੀ ਨੂੰ ਨੁਕਸਾਨ ਕਰਨਗੇ ਜਾਂ ਕਾਂਗਰਸ ਨੂੰ ਨੁਕਸਾਨ ਕਰਨਗੇ? ਜਦਕਿ ਬੀਜੇਪੀ ਨੇ ਹੀ ਅਪੋਜ਼ ਕੀਤਾ, ਕਾਂਗਰਸ ਤਾਂ ਉਹਨਾਂ ਦੇ ਨਾਲ ਧਰਨਿਆਂ 'ਚ ਬੈਠੀ ਰਹੀ, ਆਮ ਆਦਮੀ ਪਾਰਟੀ ਤਾਂ ਉਹਨਾਂ ਨਾਲ ਧਰਨਿਆਂ 'ਚ ਬੈਠੀ ਰਹੀ, ਪਰ ਬੀਜੇਪੀ ਦਾ ਇੱਕ ਲੀਡਰ ਵੀ ਉੱਥੇ ਜਾ ਕੇ ਨਹੀਂ ਬੈਠਿਆ, ਬਲਕਿ ਅਪੋਜ਼ ਕੀਤਾ ਗਿਆ। ਤਾਂ ਹੁਣ ਇਹ ਬੀਜੇਪੀ ਨੂੰ ਨੁਕਸਾਨ ਨਹੀਂ ਕਰੂਗੀ, ਫਾਇਦਾ ਕਰੂਗੀ? ਤੁਸੀਂ ਪੂਰੀ ਗੱਲ ਜਿਹੜੀ ਹੈ ਨਾ, ਉਹ ਲੋਕਾਂ ਤੱਕ ਪਹੁੰਚਾਓ। ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਕਿਸਾਨਾਂ ਨੂੰ ਬਿਲਕੁਲ ਖਾਲਿਸਤਾਨੀ ਨਹੀਂ ਕਿਹਾ, ਮਾਓਵਾਦੀ ਨਹੀਂ ਕਿਹਾ, ਤੇ ਅੱਤਵਾਦੀ ਨਹੀਂ ਕਿਹਾ, ਕੁਛ ਨਹੀਂ ਕਿਹਾ। ਕਿਹਨਾਂ ਨੂੰ ਕਿਹਾ, ਉਹ ਠੀਕ ਗੱਲ ਜਾਣੀ ਚਾਹੀਦੀ ਆ। ਇਹ ਜਿਹੜਾ ਅੰਦੋਲਨ ਸੀ, ਇਹ ਅੰਦੋਲਨ ਕਿਸਾਨ ਜਥੇਬੰਦੀਆਂ ਦਾ ਸੀ, ਕਿਸਾਨਾਂ ਦਾ ਨਹੀਂ ਸੀ। ਉਹ ਜਥੇਬੰਦੀਆਂ ਨੇ ਕਿਸਾਨ ਆਪਦੇ ਸੰਗਠਨਾਂ ਨਾਲ ਜੋੜ ਲਏ ਸੀ। ਉਗਰਾਹਾਂ ਜਥੇਬੰਦੀ ਨੇ ਜ਼ਿਆਦਾ ਜੋੜੇ ਆ। ਹੁਣ ਉਹਨਾਂ ਦੀ ਆਪਣੀ ਵਿਚਾਰਧਾਰਾ ਸੀ। ਉਹ ਜਿਹੜੇ ਕਿਸਾਨ ਸੀ, ਉਹ ਤਾਂ ਜੈਨੂਨ ਕਿਸਾਨ ਸੀ ਜਿਹੜੇ ਸੜਕਾਂ ਤੇ ਬੈਠੇ ਸੀ। ਅੱਛਾ, ਓਕੇ। ਉਹਨਾਂ ਨੂੰ ਤਾਂ ਇਹ ਸਮਝਾ ਕੇ ਲੈ ਗਏ ਕਿ ਤੁਹਾਡੀਆਂ ਜ਼ਮੀਨਾਂ ਖੋ ਕੇ ਅਡਾਨੀ ਅੰਬਾਨੀ ਨੂੰ ਦੇ ਦੇਣੀਆਂ ਨੇ। ਨਾ ਕਿਸੇ ਨੇ ਜ਼ਮੀਨਾਂ ਖੋਈਆਂ ਨੇ, ਨਾ ਖੋਣੀਆਂ ਨੇ, ਔਰ ਨਾ ਹੀ ਕੋਈ ਇਦਾਂ ਦੀ ਗੱਲ ਹੋਣੀ ਸੀ। ਜਦੋਂ ਜੱਟ ਨੂੰ ਕਹਿ ਦੇਣ ਤੇਰੀ ਜ਼ਮੀਨ ਖੋਹ ਲੈਣੀ ਹੈ, ਉਹ ਫਿਰ ਮਰਨ ਤੇ ਹੋ ਕੇ ਜਾਂਦਾ, ਜਿਹੜਾ 2-2.5 ਏਕੜ ਦਾ ਜਾਏਗਾ ਹੀ। ਠੀਕ ਹੈ, ਉਹ ਤਾਂ ਮਰਨ ਤੇ ਹੋ ਕੇ ਗਏ ਸੀ, ਆਪਦੀ ਲੜਾਈ ਲੜਨ ਗਏ ਸੀ। ਪਰ ਜਿਹੜੀਆਂ ਜਥੇਬੰਦੀਆਂ ਸੀ, ਉਹ ਸਿਆਸਤ ਤੋਂ ਪ੍ਰੇਰਿਤ ਸੀ। ਉਹ ਕਿਸਾਨ ਦਾ ਮੋਢਾ ਲੱਭ ਕੇ ਮੋਦੀ ਜੀ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਸੀ। ਤੁਹਾਨੂੰ ਯਾਦ ਹੋਣਾ ਕਿ ਸਮਾਜਵਾਦੀ ਨੇਤਾ ਹੋਇਆ ਡਾਕਟਰ ਰਾਮ ਮਨੋਹਰ ਲੋਹੀਆ ਜੀ, ਔਰ ਬੜੇ ਸੂਝਵਾਨ ਵੀ ਸੀ। ਉਹ ਪਾਰਲੀਮੈਂਟ 'ਚ ਹਮੇਸ਼ਾ ਉਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਖਿਲਾਫ ਬਹੁਤ ਬੋਲਦੇ ਸੀ, ਬਾਹਰ ਵੀ ਤੇ ਅੰਦਰ ਵੀ। ਇੱਕ ਦਿਨ ਉਹਨਾਂ ਦੀ ਪਾਰਟੀ ਦੀ ਮੀਟਿੰਗ ਹੋਈ, ਉਹ ਸਾਰਿਆਂ ਨੇ ਕਿਹਾ, ਸਮਾਜਵਾਦੀਆਂ ਨੇ, ਕਿ ਲੋਹੀਆ ਜੀ, ਲੋਕ ਹੁਣ ਕਹਿੰਦੇ ਆ ਕਿ ਦੇਸ਼ ਦੀਆਂ ਹੋਰ ਵੀ ਸਮੱਸਿਆਵਾਂ ਨੇ, ਤੁਸੀਂ ਪੰਡਿਤ ਜੀ ਦੇ ਖਿਲਾਫ ਬੋਲਦੇ ਰਹਿੰਦੇ ਹੋ, ਇੱਕ ਪੰਡਿਤ ਜੀ ਦੇ ਖਿਲਾਫ ਬੋਲਣਾ ਛੱਡ ਕੇ ਬਾਕੀ ਸਮੱਸਿਆਵਾਂ ਵੀ ਉਠਾਈਏ। ਉਹ ਕਹਿੰਦੇ ਤੁਸੀਂ ਸਾਰੇ ਮੂਰਖ ਹੋ, ਜੇ ਪੰਡਿਤ ਜੀ ਦਾ ਚਿਹਰਾ ਖਰਾਬ ਨਹੀਂ ਹੋਣਾ ਤਾਂ ਕਾਂਗਰਸ ਕਦੇ ਨਹੀਂ ਹਾਰਨੀ। ਮੈਂ ਇਸ ਕਰਕੇ ਬੋਲਦਾ। ਇਹ ਲੋਕ ਇੱਕ ਮਿੰਟ ਮੈਨੂੰ ਆਪਦੀ ਗੱਲ ਕਹਿ ਲੈਣ ਦੇ। ਇਹ ਲੋਕ ਇਹ ਸਮਝਦੇ ਸੀ ਕਿ ਜਦੋਂ ਤੱਕ ਮੋਦੀ ਜੀ ਦਾ ਚਿਹਰਾ ਖਰਾਬ ਨਹੀਂ ਹੁੰਦਾ ਉਦੋਂ ਤੱਕ ਬੀਜੇਪੀ ਨਹੀਂ ਹਾਰਨੀ। ਇਸ ਕਰਕੇ ਇਹ ਕਿਸਾਨ ਦਾ ਮੋਢਾ ਲੱਭ ਕੇ ਬੀਜੇਪੀ ਦਾ ਚਿਹਰਾ ਖਰਾਬ ਕਰਨ ਲੱਗੇ ਸੀ, ਜਿਹਦੇ 'ਚ ਕਾਂਗਰਸ ਵੀ ਸੀ, ਜਿਹਦੇ 'ਚ ਆਮ ਆਦਮੀ ਵੀ ਸੀ, ਜਿਹਦੇ 'ਚ ਬਾਅਦ 'ਚ ਅਕਾਲੀ ਦਲ ਵੀ ਆ ਗਿਆ। ਪਹਿਲਾਂ ਸਾਡੇ ਨਾਲ ਸੀ, ਬਾਅਦ 'ਚ ਉੱਧਰ ਹੋ ਗਿਆ। ਇਸ ਲਈ ਇਹ ਇੱਕ ਸਿਆਸੀ ਮਨਸ਼ਾ ਸੀ, ਸਿਆਸਤ ਤੋਂ ਪ੍ਰੇਰਿਤ ਅੰਦੋਲਨ ਸੀ, ਕਿਸਾਨ ਹਿੱਤਾਂ ਤੋਂ ਪ੍ਰੇਰਿਤ ਨਹੀਂ ਸੀ। ਜੇ ਉਹ ਅਲੱਗ-ਅਲੱਗ ਵਿਚਾਰਧਾਰਾ ਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗਾ, ਤੁਸੀਂ ਉਸ ਤੋਂ ਬਾਅਦ ਮੈਨੂੰ ਦੂਜਾ ਸਵਾਲ ਸ਼ਾਇਦ ਨਹੀਂ ਕਰੋਗੇ ਇਸ 'ਤੇ। ਜਦੋਂ ਬਾਰਡਰ ਦੇ ਉੱਪਰ ਇਹ ਲੋਕ ਬੈਠੇ ਸੀ, ਉਹ ਸਾਡੀਆਂ ਹੀ ਮਾਵਾਂ ਭੈਣਾਂ ਸੀ। ਉਹਨਾਂ ਦੇ ਹੱਥਾਂ 'ਚ ਇਹਨਾਂ ਨੇ ਤਾਹਿਰ ਹੁਸੈਨ ਦੀ ਫੋਟੋ ਦੇਤੀ। ਤਾਹਿਰ ਹੁਸੈਨ ਕੌਣ? ਦਿੱਲੀ ਦੰਗਿਆਂ ਦਾ ਦੋਸ਼ੀ। ਦੂਜੀ ਫੋਟੋ ਦੇਤੀ ਇਹਨਾਂ ਨੇ ਸਾਜਿਦ, ਭਾਰਤ ਤੇਰੇ ਟੁਕੜੇ ਹੋਣਗੇ ਇਨਸ਼ਾਅੱਲਾ ਇਨਸ਼ਾਅੱਲਾ। ਹੋਰ ਅਰਬਨ ਨਕਸਲਾਈਟਸ ਦੀਆਂ ਫੋਟੋ ਤੇ ਉਹ ਦੇਤੀਆਂ। ਤੇ ਉਹ ਜਦੋਂ ਲੈ ਕੇ ਔਰਤਾਂ ਬੈਠੀਆਂ ਨੇ ਤਾਂ ਤੁਹਾਡੇ ਵਰਗੇ ਪੱਤਰਕਾਰਾਂ ਨੇ ਜਾ ਕੇ ਉਹਨਾਂ ਨੂੰ ਸਵਾਲ ਕੀਤਾ ਕਿ ਮਾਤਾ ਜੀ ਇਹ ਫੋਟੋ ਕਿਹਦੀਆਂ ਨੇ, ਇਹ ਕਿਉਂ ਫੜੀਆਂ ਨੇ, ਇਹਨਾਂ ਦੇ ਛੱਡਣ ਨਾਲ ਕੀ ਹੋਊਗਾ? ਉਹ ਕਹਿੰਦੀਆਂ ਬੇਟਾ ਸਾਨੂੰ ਨਹੀਂ ਪਤਾ,
ਸਾਡੀ ਜਥੇਬੰਦੀ ਨੇ ਦਿੱਤੀਆਂ ਨੇ। ਜਥੇਬੰਦੀ ਕਿਹੜੀ? ਉਗਰਾਹਾਂ। ਤੇ ਜਦੋਂ ਜਥੇਬੰਦੀ ਕੋਲ ਉਗਰਾਹਾਂ ਕੋਲ ਗਏ, ਉਹਨਾਂ ਨੂੰ ਪੁੱਛਿਆ ਵੀ ਇਹ ਕੀ ਆ, ਉਹ ਕਹਿੰਦਾ ਇਹ ਵੀ ਸਾਡੀ ਵਿਚਾਰਧਾਰਾ। ਤਾਂ ਕੀ ਸਾਜਿਦ ਨੂੰ ਛੱਡਣ ਦੇ ਨਾਲ ਜਾਂ ਤਾਹਿਰ ਹੁਸੈਨ ਦਿੱਲੀ ਦੰਗਿਆਂ ਦੇ ਦੋਸ਼ੀ ਨੂੰ ਛੱਡਣ ਨਾਲ ਜਾਂ ਅਰਬਨ ਨਕਸਲਾਈਟਸ ਨੂੰ ਛੱਡਣ ਨਾਲ ਕਿਸਾਨ ਦਾ ਕੋਈ ਹਿੱਤ ਸੀ? ਬਿਲਕੁਲ ਨਹੀਂ ਸੀ। ਸਹੀ ਗੱਲ ਹੈ ਤੁਹਾਡੀ। ਉਹ ਮਾਓਵਾਦੀ ਸੀ, ਉਹਦੀ ਵਿਚਾਰਧਾਰਾ ਉਹੀ ਆ। ਤੇ ਉਹ ਜੇ ਅਸੀਂ ਕਹਿ ਦਈਏ ਵੀ ਇਹ ਮਾਓਵਾਦੀ ਵਿਚਾਰਧਾਰਾ, ਤਾਂ ਕੀ ਮਾੜੀ ਗੱਲ ਆ ਜੀ ਉਹਦੇ 'ਚ? ਫਿਰ ਰੁਲਦੂ ਸਿੰਘ ਮਾਨਸਾ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਖਾਲਿਸਤਾਨੀ ਵਿੱਚ ਘੁਸ ਗਏ ਨੇ ਇਹ ਨਹੀਂ ਹੋਣੇ ਚਾਹੀਦੇ। ਦੂਜੇ ਦਿਨ ਰੁਲਦੂ ਸਿੰਘ ਦੇ ਟੈਂਟ ਵੀ ਤੋੜਤੇ, ਉਹਦੇ ਬੰਦਿਆਂ ਨੇ ਲੱਤਾਂ ਵੀ ਤੋੜਤੀਆਂ, ਉਹਦਾ ਖੁੰਡਾ ਵੀ ਟੇਢਾ ਕਰਤਾ, ਤੇ ਰੁਲਦੂ ਸਿੰਘ ਨੇ ਮਾਫੀ ਮੰਗ ਕੇ ਜਾਨ ਛਡਾਈ। ਜੇ ਇਸ ਨੇ ਜਿਹੜਾ ਰਾਜੇਵਾਲ ਜੀ ਹੈ, ਇਹਨਾਂ ਨੇ ਬੋਲਤਾ ਕਿ ਬਈ ਇਹ ਖਾਲਿਸਤਾਨੀ ਅਨਸਰ ਨਹੀਂ ਘੁਸਣੇ ਚਾਹੀਦੇ, ਤੇ ਰਾਜੇਵਾਲ ਜੀ ਨੂੰ 32 ਬੰਦਿਆਂ ਦੀ ਸਿਕਿਉਰਿਟੀ ਲੈ ਕੇ ਚੱਲਣਾ ਪਿਆ ਮਾਫੀ ਮੰਗ ਕੇ, ਤਾਂ ਉਹ ਸਿਕਿਉਰਿਟੀ ਤੋਂ ਜਾਨ ਛੁੱਟੀ। ਠੀਕ ਹੈ ਗੱਲ। ਇਸ ਤੋਂ ਇਹਦਾ ਮਤਲਬ ਕੀ ਹੈ ਕਿ ਉਹ ਸਿਆਸਤ ਤੋਂ ਪ੍ਰੇਰਿਤ ਸੀ, ਅਲੱਗ-ਅਲੱਗ ਵਿਚਾਰਧਾਰਾ ਸੀ। ਤੁਸੀਂ ਕਿਹਾ ਸਿਆਸੀ ਮਨਸ਼ਾ ਸੀ ਅੰਦੋਲਨ ਦੇ ਪਿੱਛੇ, ਤੇ ਬੀਜੇਪੀ ਦੀ ਸਿਆਸੀ ਮਨਸ਼ਾ ਨਹੀਂ ਸੀ ਕਿ ਬਿਲਕੁਲ ਵਿਧਾਨ ਸਭਾ ਚੁਣਾਵ ਜਦੋਂ ਨਜ਼ਦੀਕ ਆ ਗਏ ਤਾਂ ਆਪਾਂ ਬਿੱਲ ਮਾਫ ਕਰਤੇ? ਪਹਿਲੇ ਨਹੀਂ ਕੀਤੇ ਗਏ, ਸਾਲ ਲੰਘ ਗਿਆ, 1.5 ਸਾਲ ਲੰਘ ਗਿਆ, ਤਾਂ ਬੀਜੇਪੀ ਦੀ ਸਿਆਸੀ ਮਨਸ਼ਾ ਵੀ ਮੈਂ ਮੰਨਦਾ ਫਿਰ ਜਿਹੜੇ ਬਿੱਲ ਰੱਦ ਕੀਤੇ ਗਏ। ਸਾਡਾ ਵਿਧਾਨ ਸਭਾ ਚੋਣਾਂ ਨਾਲ ਕੋਈ ਉਹਦਾ ਸਰੋਕਾਰ ਨਹੀਂ ਹੈ। ਅਸੀਂ ਵੀ ਜਾਣਦੇ ਹਾਂ ਕਿ ਵਿਧਾਨ ਸਭਾ ਦੇ ਰਿਜ਼ਲਟ ਕੀ ਹੋਣੇ ਆ। ਅਸੀਂ ਵੀ ਇਹ ਜਾਣਦੇ ਹਾਂ ਕਿ ਇਹ ਕਿੱਥੇ ਸਾਡਾ ਨੁਕਸਾਨ ਹੋਏਗਾ, ਕਿੱਥੇ ਫਾਇਦਾ ਹੋਏਗਾ। ਤੁਹਾਨੂੰ ਲੱਗਿਆ ਵੀ ਇਹ ਚੀਜ਼ ਨੇ ਬਹੁਤ ਨੁਕਸਾਨ ਕੀਤਾ? ਜਿਹੜਾ ਸਟੈਪ 2-4 ਮਹੀਨੇ ਚ ਲੈਣਾ ਚਾਹੀਦਾ ਸੀ ਉਹ 1.5 ਸਾਲ ਬਾਅਦ ਲਿੱਤਾ ਗਿਆ। ਕੋਈ ਨੁਕਸਾਨ ਨਹੀਂ ਕੀਤਾ। ਇਹ ਤਾਂ ਜਦੋਂ ਤੱਕ ਅਸੀਂ ਕੋਸ਼ਿਸ਼ ਕਰਦੇ ਕਿ ਉਹਨਾਂ ਨੂੰ ਸਮਝਾ ਲਈਏ, ਜਦੋਂ ਅਸੀਂ ਇਹ 200 ਕਿਲੋਮੀਟਰ ਦੇ ਇਲਾਕੇ 'ਚ ਨਹੀਂ ਸਮਝਾ ਪਾਏ, ਇੱਥੋਂ ਹੀ ਉੱਠਿਆ ਹੈ ਅੰਦੋਲਨ, ਮਾਲਵੇ 'ਚੋਂ ਹੀ। ਤੇ ਕਿਸਾਨ ਹੁਣ ਪੋਜ਼ਿਟਿਵਲੀ ਲੈਣਗੇ ਗਰੇਵਾਲ ਸਾਹਿਬ ਬੀਜੇਪੀ ਨੂੰ? ਪੋਜ਼ਿਟਿਵਲੀ ਜੇ ਕਿਸਾਨ ਸਾਨੂੰ ਵੋਟ ਨਾ ਕਰਦਾ ਹੋਵੇ, ਅਸੀਂ ਉੱਤਰ ਪ੍ਰਦੇਸ਼ ਕਿਸ ਤਰ੍ਹਾਂ ਜਿੱਤੀਏ ਜੀ? ਦੇਸ਼ 'ਚ 24 ਕਰੋੜ ਕਿਸਾਨ ਆ, ਇਹ 5 ਲੱਖ ਕਿਸਾਨ ਨਹੀਂ ਹੈ ਜਿਹੜਾ। ਹੁਣ ਰਸਤਾ ਨਹੀਂ ਰੋਕਣਗੇ ਬੀਜੇਪੀ ਦਾ ਕਿਸਾਨ, ਤੁਸੀਂ ਕਹਿੰਦੇ? ਅਰੇ ਰੁਕੇਗਾ ਹੀ ਨਹੀਂ, ਸਾਡੇ ਨਾਲ ਨੇ ਬੀਜੇਪੀ ਦੇ ਲੀਡਰ, ਹੁਣ ਨਹੀਂ ਰੋਕਣਗੇ, ਤੁਹਾਡੇ ਨਾਲ ਹੋ ਗਏ ਕਿਸਾਨ, ਸਾਡੇ ਨਾਲ ਨੇ। ਇੱਕ ਹਿੱਸੇ ਦੇ ਅੰਦਰ ਇੱਕ ਖਾਸ ਵਿਚਾਰਧਾਰਾ ਦੇ ਲੋਕ ਸਾਡਾ ਵਿਰੋਧ ਕਰਦੇ ਆ। ਉਹ ਵਿਚਾਰਧਾਰਕ ਲੜਾਈ ਆ, ਉਹ ਕਿਸਾਨ ਦੀ ਔਰ ਦੂਸਰੀ ਲੜਾਈ ਨਹੀਂ ਹੈ। ਉਹ ਕਮਿਊਨਿਸਟਾਂ ਦੀ, ਕਾਂਗਰਸ ਦੀ, ਆਮ ਆਦਮੀ ਦੀ ਔਰ ਇਹੋ ਜਿਹੇ ਅਨਸਰਾਂ ਦੀ, ਗੁੰਡਾ ਅਨਸਰਾਂ ਦੀ ਲੜਾਈ ਆ। ਉਹ ਕਿਸਾਨ ਦੀ ਲੜਾਈ ਨਹੀਂ ਹੈ। ਤੇ ਉਹਦਾ ਵੀ ਹੌਲੀ ਹੌਲੀ ਇਲਾਜ ਹੋਏਗਾ। ਇਹ ਦੇਸ਼ 'ਚ ਕੋਈ ਅੱਤਵਾਦ ਥੋੜਾ ਆ ਗਿਆ, ਇਹ ਸੂਬਾ ਕੋਈ ਡਿਸਟਰਬ ਥੋੜਾ ਹੋ ਗਿਆ, ਐਸਾ ਕੁਝ ਨਹੀਂ ਹੈ। ਉਹਨਾਂ ਨੂੰ ਵੀ ਲੋਕ ਨਕਾਰਨਗੇ, ਸਭ ਸਾਹਮਣੇ ਆਏਗਾ। ਸਾਡੇ 'ਚ ਪੇਸ਼ੈਂਸ ਬਹੁਤ ਆ ਔਰ ਅਸੀਂ ਜਿਹੜਾ ਹੈਗਾ ਦੇਸ਼ ਦੇ ਹਿੱਤ 'ਚ ਕਿੰਨਾ ਵੀ ਸੰਘਰਸ਼ ਕਰ ਸਕਦੇ ਹਾਂ, ਉਹ ਕਰੀਦਾ। ਤੁਸੀਂ ਹੁਣ ਵਿਧਾਨ ਸਭਾ ਚੁਣਾਵ ਨਹੀਂ ਲੜ ਰਹੇ, ਕੀ ਇਹ ਕੋਈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵੀ ਤੁਸੀਂ ਪਾਰਟੀ ਤੋਂ ਕੋਈ ਸੈਂਟਰ ਲੈਵਲ ਦੀ ਪੋਜੀਸ਼ਨ ਚਾਹੁੰਦੇ ਸੀ, ਜਾਂ ਕੋਈ ਪਾਰਟੀ ਤੁਹਾਨੂੰ ਅੱਗੇ ਕੋਈ ਵੱਡੀ ਜ਼ਿੰਮੇਵਾਰੀ ਦੇਣਾ ਚਾਹੁੰਦੀ ਹੈ? ਇਹ ਤਾਂ ਪਾਰਟੀ ਨੂੰ ਪੁੱਛੋ ਜਿਨ੍ਹਾਂ ਨੇ ਦੇਣੀ ਹੋਊਗੀ, ਮੈਨੂੰ ਕੁਝ ਨਹੀਂ ਹੈ। ਤੁਹਾਨੂੰ ਕੋਈ ਉਮੀਦ ਨਹੀਂ ਹੈ, ਕੋਈ ਅੰਦਾਜ਼ਾ ਜਾਂ ਕੋਈ ਚਾਹ ਹੋਵੇ ਵੀ ਹਾਂ ਮੈਂ ਸੈਂਟਰ 'ਚ ਹੁਣ ਕੋਈ ਸੀਟ ਲਵਾਂ ਜਾਂ ਕੋਈ ਵੱਡੀ? ਮੈਂ ਕਦੇ ਕੁਝ ਮੰਗਿਆ ਨਹੀਂ ਪਾਰਟੀ ਤੋਂ। ਪਾਰਟੀ ਮੇਰਾ ਰੋਲ ਤੈਅ ਕਰਦੀ ਹੈ, ਉਹ ਪਾਰਟੀ ਨੇ, ਸੰਗਠਨ ਨੇ ਤੈਅ ਕਰਨਾ, ਤੇ ਮੈਂ ਉਸ ਸਿਲਸਿਲੇ 'ਚ ਕਿਤੇ ਨਹੀਂ ਜਾਂਦਾ। ਔਰ ਨਾ ਮੈਂ ਕਿਸੇ ਕੋਲੋਂ ਕਦੇ ਕੁਝ ਮੰਗਿਆ, ਨਾ ਮੈਂ ਟਿਕਟ ਮੰਗਿਆ। ਮੈਨੂੰ ਆਪਣੇ ਆਪ ਦਿੰਦੇ ਆ ਜੋ ਦਿੰਦੇ। ਤੁਹਾਨੂੰ ਮੈਂ 1-2 ਚੈਨਲਾਂ ਤੇ ਕਹਿੰਦੇ ਸੁਣਿਆ ਸੀ ਵੀ ਤੁਹਾਡੀ ਟਿਕਟ ਪੱਕੀ ਹੈ। ਨਹੀਂ, ਪੱਕੀ ਨਹੀਂ। ਵਿਚਾਰ ਬਦਲ ਗਿਆ ਜਾਂ ਨਹੀਂ, ਮੈਂ ਪੱਕੀ ਨਹੀਂ ਸੀ। ਗੱਲ ਸੁਣ ਲਓ, ਮੈਂ ਇਹ ਪੱਕੀ ਕਿਤੇ ਵੀ ਨਹੀਂ ਕਿਹਾ। ਜੇ ਤੁਹਾਡੇ ਕੋਲ ਕੋਈ ਐਸੀ ਬਾਈਟ ਹੋਵੇ ਤਾਂ ਮੈਨੂੰ ਦਿਖਾਓ ਚਲਾ ਕੇ। ਮੈਂ ਇਹ ਕਿਹਾ ਸੀ ਕਿ ਮੈਂ ਰਾਜਪੁਰੇ ਤੋਂ ਚੋਣ ਲੜਿਆ ਸੀ ਵਿਧਾਨ ਸਭਾ ਤੋਂ, ਰਾਜਪੁਰੇ ਤੋਂ ਹੀ ਅਗਲੀ ਤਿਆਰੀ ਕਰ ਰਹੇ ਹਾਂ। ਠੀਕ ਹੈ, ਉੱਥੇ ਮੇਰਾ ਆਫਿਸ ਪਰਮਾਨੈਂਟ ਕੰਮ ਕਰਦਾ। ਮੇਰਾ 3 ਵਾਰ ਦਫ਼ਤਰ ਤੋੜਿਆ ਗਿਆ। ਪੰਜਾਬ 'ਚ ਕਿਤੇ ਵੀ ਬੀਜੇਪੀ ਦਾ ਦਫ਼ਤਰ ਨਹੀਂ ਸੀ ਖੁੱਲ੍ਹਦਾ, ਸਿਰਫ ਰਾਜਪੁਰੇ ਹੀ ਖੁੱਲ੍ਹਦਾ ਸੀ। ਉਸ ਵੇਲੇ ਸੰਘਰਸ਼ ਕੀਤਾ, ਪਰ ਉਹਦੇ 'ਚ ਬਾਕੀ ਮੈਂ ਇਹ ਕਹਿੰਦਾ ਸੀ ਕਿ ਮੇਰਾ ਰੋਲ ਮੇਰਾ ਸੰਗਠਨ ਤੈਅ ਕਰਦਾ, ਹਮੇਸ਼ਾ ਇਹ ਕਿਹਾ। ਤੇ ਉਹਦੇ 'ਚ ਜੋ ਸੰਗਠਨ ਨੇ ਤੈਅ ਕੀਤਾ ਮੈਨੂੰ ਮਨਜ਼ੂਰ ਆ, ਅੱਗੇ ਜੋ ਤੈਅ ਕਰੂਗਾ ਉਹ ਵੀ ਮਨਜ਼ੂਰ ਆ, ਜੋ ਕੰਮ ਲੈਣਾ ਹੋਊਗਾ। ਠੀਕ ਹੈ ਨਾ ਗੱਲ? ਕਿਸਾਨਾਂ ਬਾਰੇ ਜਦੋਂ ਤੁਸੀਂ ਬੋਲਦੇ ਸੀਗੇ ਤਾਂ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਆਇਆ ਜਦੋਂ ਤੁਸੀਂ ਕਿਸਾਨੀ ਅੰਦੋਲਨ ਨੂੰ ਅਪੋਜ਼ ਵੀ ਕਰਦੇ ਸੀ, ਬੀਜੇਪੀ ਆਪਣੀ ਪਾਰਟੀ ਨਾਲ ਖੜੇ ਹੁੰਦੇ ਸੀ? ਕਿੰਨੀ ਕੁ ਦਿੱਕਤਾਂ ਆਈਆਂ? ਕਿਵੇਂ ਟੈਕਲ ਕੀਤਾ ਤੁਸੀਂ ਉਹਨਾਂ ਨੂੰ? ਕਦੀ ਮਨ ਨਹੀਂ ਘਬਰਾਇਆ? ਕਿਉਂਕਿ ਸੁਣਨ 'ਚ ਆਇਆ ਵੀ ਬਹੁਤ ਲੋਕ ਤੁਹਾਡੇ ਪਿੱਛੇ ਲੱਗ ਗਏ, ਮੀਡੀਆ 'ਚ ਵੀ, ਸੋਸ਼ਲ ਮੀਡੀਆ 'ਚ ਵੀ, ਤੇ ਸ਼ਾਇਦ ਸਿਕਿਉਰਿਟੀ ਉਦੋਂ ਵੀ ਤੁਹਾਡੀ ਵਧੀ ਸੀਗੀ, ਤਾਂ ਉਦੋਂ ਕੀ ਲੱਗਿਆ ਤੁਹਾਨੂੰ? ਇੱਕ ਤਾਂ ਮੈਂ ਸਿਕਿਉਰਿਟੀ ਕਦੇ ਨਹੀਂ ਮੰਗੀ, ਮੈਨੂੰ ਆਪਣੇ ਆਪ ਜ਼ਰੂਰਤ ਮੁਤਾਬਕ ਦਿੰਦੇ ਆ, ਮੈਂ ਨਹੀਂ ਕਦੇ ਮੰਗੀ। ਔਰ ਦੂਸਰਾ, ਹਮਲੇ ਵੀ ਹੁੰਦੇ ਸੀ, ਮੌਬ ਅਟੈਕ ਵੀ ਹੁੰਦੇ ਸੀ, ਔਰ ਵੈਸੇ ਵੀ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੇ ਉਹਨਾਂ 'ਚ ਉੱਪਰ ਵਾਲੇ ਦੀ ਦਇਆ ਹੈਗੀ ਆ, ਬਚਦੇ ਰਹੇ।
ਇਹ ਕਿਸਾਨੀ ਅੰਦੋਲਨ ਤੋਂ ਬਾਅਦ ਵੀ ਕੋਈ ਮੇਜਰ ਹਮਲਾ ਜਾਂ ਕੋਈ ਮੇਜਰ ਇਨਸੀਡੈਂਟ ਹੋਇਆ ਜੋ ਤੁਸੀਂ ਸਾਡੇ ਨਾਲ, ਸਾਡੇ ਦਰਸ਼ਕਾਂ ਨਾਲ ਜਾਂ ਮੀਡੀਆ ਦੇ ਅੱਗੇ ਸ਼ੇਅਰ ਕਰਨਾ ਚਾਹੋ? ਉਸ ਤੋਂ ਬਾਅਦ ਐਸਾ ਨਹੀਂ ਹੋਇਆ, ਪਰ ਖਦਸ਼ਾ ਉਹਦਾ ਬਣਿਆ ਰਹਿੰਦਾ ਤੇ ਮੈਨੂੰ ਮਤਲਬ ਮਨ 'ਚ ਡਰ ਬਣਿਆ ਰਹਿੰਦਾ? ਨਹੀਂ, ਡਰ ਨਹੀਂ ਬਣਿਆ ਰਹਿੰਦਾ। ਡਰਦਾ ਤਾਂ ਮੈਂ ਰੱਬ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦਾ, ਇਹ ਤਾਂ ਭੁੱਲ ਜਾਓ। ਔਰ ਮੈਨੂੰ ਜਦੋਂ ਧਮਕੀ ਆਉਂਦੀ ਹੈ ਤਾਂ ਮੈਂ ਇੱਕੋ ਹੀ ਗੱਲ ਕਹਿਣਾ ਕਿ ਆ ਜਾਓ, ਤੁਹਾਡੀ ਕਿਹੜਾ ਖੋਪੜੀ ਸਟੀਲ ਦੀ ਹੈ, ਠੀਕ ਹੈ, ਉਡਾ ਦਿਆਂਗੇ ਰੱਖ ਕੇ, ਅਸੀਂ ਵੀ ਕੋਈ ਖਾਲੀ ਨਹੀਂ ਘੁੰਮਦੇ। ਤੇ ਉਹ ਨਹੀਂ ਗੱਲ ਹੈ, ਇੱਦਾਂ ਨਹੀਂ ਡਰਦਾ। ਪਰ ਡਰਨ ਦਾ ਜਾਂ ਦਲੇਰੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਮੂਰਖ ਹੋ ਜਾਓ, ਸਿੱਧੀ ਜਾ ਕੇ ਖੂਹ 'ਚ ਛਾਲ ਮਾਰੋ, ਠੀਕ ਹੈ ਗੱਲ? ਹਾਂ। ਤੇ ਉਹ ਪਰ ਇਹ ਗਲਤ ਅਨਸਰ ਨੇ, ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਇਹਨਾਂ ਨੂੰ ਉਸੇ ਤਰ੍ਹਾਂ ਹੀ ਨਜਿੱਠਣਾ ਚਾਹੀਦਾ ਜਿਸ ਤਰ੍ਹਾਂ ਦੇਸ਼ ਵਿਰੋਧੀ ਸ਼ਕਤੀਆਂ ਨਾਲ ਨਜਿੱਠਿਆ ਜਾਂਦਾ, ਨਹੀਂ ਤਾਂ ਸਾਡੇ ਵੀ ਹਾਲਾਤ ਜਿਹੜੇ ਕਸ਼ਮੀਰ ਵਾਲੇ ਬਣਾ ਦੇਣਗੇ। ਤੇ ਇਸ ਕਰਕੇ ਪੰਜਾਬ ਨੂੰ ਸ਼ਾਂਤ ਰੱਖਣਾ ਤਾਂ ਇਹੋ ਜਿਹੇ ਅਨਸਰਾਂ ਨੂੰ ਸਪਰੈਸ ਕਰਨਾ ਪੈਂਦਾ, ਦਬਾਉਣਾ ਪੈਂਦਾ ਔਰ ਸਹੀ ਤਰੀਕੇ ਨਾਲ ਟੈਕਲ ਕਰਨਾ ਪੈਂਦਾ। ਉਹ ਸਰਕਾਰਾਂ ਦਾ ਕੰਮ ਹੁੰਦਾ, ਉਹ ਕਰਦੀਆਂ ਨੇ। ਅਸੀਂ ਕੋਈ ਗੁੰਡੇ ਬਦਮਾਸ਼ ਨਹੀਂ ਹੈਗੇ, ਪਰ ਮੈਂ ਘਬਰਾਉਂਦਾ ਨਹੀਂ ਕਿਸੇ ਤੋਂ ਵੀ, ਕਿਸੇ ਸਿਚੁਏਸ਼ਨ 'ਚ ਵੀ। ਮੇਰੀ ਪ੍ਰਾਪਰਟੀ ਦਾ ਵੀ ਨੁਕਸਾਨ ਕੀਤਾ ਗਿਆ ਸੀ, ਮੇਰਾ ਵੈਸੇ ਵੀ ਨੁਕਸਾਨ ਹੋਇਆ, ਮੇਰੀ ਫਸਲ ਵੀ ਉਖਾੜਤੀ ਸੀ, ਪਰ ਉਹ ਅਲੱਗ ਚੀਜ਼ ਆ। ਮੈਂ ਕੇਸ ਵੀ ਲੜੇ, ਮੁਕੱਦਮੇ ਵੀ ਦਰਜ ਕਰਾਏ, ਹਾਈ ਕੋਰਟ ਤੋਂ ਜਾ ਕੇ ਕਰਾਏ। ਸਰਕਾਰਾਂ ਨਹੀਂ ਸੀ ਕਰਦੀਆਂ ਉਦੋਂ। ਇਹ ਕੈਪਟਨ ਅਮਰਿੰਦਰ ਸਿੰਘ ਸੀ, ਇਹ ਵੀ ਨਹੀਂ ਕਿਸੇ ਕਰਦਾ, ਠੀਕ ਹੈ ਗੱਲ? ਤੇ ਮੈਂ ਉਹ ਫਿਰ ਅਦਾਲਤ ਤੋਂ ਕਰਵਾਏ। ਇਹ ਮੁੱਖ ਮੰਤਰੀ ਸੀ ਤੇ ਇਹਦੀ ਕੋਠੀ ਦਾ ਵੀ ਅਸੀਂ ਘਰਾਓ ਕੀਤਾ, ਇਹ ਮਿਲਿਆ ਵੀ ਸਾਨੂੰ, ਪਰ ਕੋਈ ਉਹਦਾ ਰਿਜ਼ਲਟ ਨਹੀਂ ਨਿਕਲਿਆ, ਨਤੀਜਾ ਨਹੀਂ ਨਿਕਲਿਆ। ਸਰਕਾਰਾਂ 'ਚ ਇਸ ਤਰ੍ਹਾਂ ਨਹੀਂ ਹੁੰਦਾ ਲੋਕਤੰਤਰ। ਮੋਦੀ ਸਾਹਿਬ ਦੀ ਜਿਹੜੀ ਪਿੱਛੇ ਹੀ ਪੰਜਾਬ ਦਾ ਦੌਰਾ ਹੋਇਆ ਗਰੇਵਾਲ ਸਾਹਿਬ, 20 ਮਿੰਟ ਉਹਨਾਂ ਨੂੰ ਇੱਕ ਪੁਲ ਉੱਤੇ ਖੜਨਾ ਪਿਆ। ਜਾਂਦੇ ਜਾਂਦੇ ਮੋਦੀ ਸਾਹਿਬ ਪੰਜਾਬ ਦੀ ਸਰਕਾਰ ਤੇ ਪੰਜਾਬ ਪੁਲਿਸ ਤੇ ਇੱਕ ਤੰਜ ਕੱਸ ਗਏ ਕਿ ਮੇਰੀ ਜਾਨ ਨੂੰ ਖਤਰਾ ਸੀ ਤੇ ਮੈਂ ਬਹੁਤ ਖੁਸ਼ ਹਾਂ, ਸ਼ੁਕਰੀਆ ਕਰਦਾ ਹਾਂ, ਧੰਨਵਾਦ ਕਰਦਾ ਹਾਂ ਸੀਐਮ ਸਾਹਿਬ ਦਾ ਕਿ ਮੈਂ ਜਿੰਦਾ ਵਾਪਸ ਜਾ ਰਹੇ ਹਾਂ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕੀ ਉਹ ਸਿਕਿਉਰਿਟੀ ਥ੍ਰੈਟ ਸੀ ਪ੍ਰਧਾਨ ਮੰਤਰੀ ਨੂੰ? ਕਿਉਂ ਨਹੀਂ ਸੀ? ਮੈਂ ਹੈਲੀਪੈਡ ਤੇ ਖੁਦ ਸੀਗਾ ਉੱਥੇ, ਜਿੱਥੇ ਰਿਸੀਵ ਕਰਨੇ ਸੀ। ਉਹ ਤਾਂ ਅੱਛਾ ਹੋ ਗਿਆ, ਵਿਜ਼ਿਬਿਲਿਟੀ ਘਟ ਗਈ ਤੇ ਉਹਨਾਂ ਦਾ ਹੈਲੀਕਾਪਟਰ ਉੜਿਆ ਨਹੀਂ। ਡੀਜੀਪੀ ਖੁਦ ਚਟੋਪਾਧਿਆਏ ਉੱਥੇ 90 ਲੋਕਾਂ ਨੂੰ ਲੈ ਕੇ ਖੜਾ ਸੀ ਘੇਰਨ ਵਾਸਤੇ। ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ। ਸਾਡੇ ਵਰਕਰਾਂ ਨੂੰ ਰੋਕਿਆ ਜਾ ਰਿਹਾ ਸੀ, ਉਹਨਾਂ ਦੀਆਂ ਬੱਸਾਂ ਨਹੀਂ ਪਹੁੰਚਣ ਦਿੱਤੀਆਂ ਜਾ ਰਹੀਆਂ ਸੀ ਜਗ੍ਹਾ ਜਗ੍ਹਾ। ਡੀਜੀਪੀ ਚਟੋਪਾਧਿਆਏ ਸਾਹਿਬ ਦੇ ਵਾਸਤੇ ਤਾਂ ਸੈਂਟਰ ਏਜੰਸੀਆਂ ਨੇ ਬਹੁਤ ਤਾਰੀਫ ਕੀਤੀ ਹੈ ਕਿ ਉਹਨਾਂ ਨੇ ਆਤੰਕਵਾਦ ਨੂੰ ਖਤਮ ਕਰਨ ਦੇ ਵਿੱਚ ਬਹੁਤ ਰੋਲ ਪਲੇ ਕੀਤਾ। ਪਰ ਉਸ ਦਿਨ ਰੋਲ ਉਹਦਾ ਆਤੰਕਵਾਦ ਨੂੰ ਬੜਾ ਨਾ ਉਹਨਾਂ ਨੇ ਕਸੀ ਹੈ, ਕਸੀ ਹੈ ਉਹਦੀ। ਉਦੋਂ ਕਸੀ ਹੋਊਗੀ, ਪਰ ਇਸ ਵਾਰ ਉਹਦਾ ਰੋਲ ਇਹਦੇ 'ਚ ਬਹੁਤ ਗਲਤ ਸੀ। ਪੁਲਿਸ ਖੁਦ ਲੈ ਕੇ ਗਈ ਹੈ ਕਿਸਾਨਾਂ ਨੂੰ, ਕਿਸਾਨਾਂ ਨੇ ਖੁਦ ਸਟੇਟਮੈਂਟ ਦਿੱਤੀ ਹੈ ਕਿ ਸਾਨੂੰ ਜਦੋਂ ਕਿਹਾ ਕਿ ਪ੍ਰਧਾਨ ਮੰਤਰੀ ਆ ਰਿਹਾ ਤੇ ਘੇਰਨਾ ਆਓ ਤੁਸੀਂ, ਕਹਿੰਦੇ ਸਾਨੂੰ ਵਿਸ਼ਵਾਸ ਨਹੀਂ ਹੋਇਆ। ਪਰ ਜਦੋਂ ਸਾਨੂੰ ਲਿਜਾ ਕੇ ਉੱਥੇ ਖੜੇ ਗਰੇਵਾਲ ਸਾਹਿਬ, ਪ੍ਰਧਾਨ ਮੰਤਰੀ ਦਾ ਜੋ ਪ੍ਰੋਟੋਕਾਲ ਹੈ ਉਹਦੇ ਨਾਲ ਆਈਬੀ ਵੀ ਹੈ, ਉਹਦੇ ਨਾਲ ਰॉ ਵੀ ਹੈ, ਉਹਦੇ ਨਾਲ ਐਨਐਸਜੀ ਵੀ ਹੈ। ਤੇ ਕਿਉਂਕਿ ਬੀਜੇਪੀ ਦੇ ਪ੍ਰਧਾਨ ਮੰਤਰੀ ਨੇ ਤਾਂ ਸੈਟੇਲਾਈਟ ਤੋਂ ਵੀ ਟਰੈਕ ਹੁੰਦੇ ਨੇ, ਕਿਉਂਕਿ ਖਾਲਿਸਤਾਨੀ ਤੇ ਹੋਰ ਕਾਫੀ ਏਜੰਸੀਜ਼ ਦਾ ਪ੍ਰਧਾਨ ਮੰਤਰੀ ਨੂੰ ਖਤਰਾ ਬਣਿਆ ਰਹਿੰਦਾ ਹੈ। ਕੀ ਉਹ ਕਿਸੇ ਏਜੰਸੀ ਨੇ ਰਿਪੋਰਟ ਨਹੀਂ ਕੀਤਾ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਹੈ? ਤੇ ਸਿਰਫ ਪੰਜਾਬ ਪੁਲਿਸ ਦੀ ਹੀ ਗਲਤੀ ਆਪਾਂ ਇਹਦੇ ਚ ਮੰਨਾਂਗੇ? ਕਿਸੇ ਏਜੰਸੀ ਦੀ ਰਿਪੋਰਟ ਨਹੀਂ ਆਈ? ਸਭ ਰਿਪੋਰਟ ਆਈ ਸੀ, ਸਭ ਆਈ ਸੀ। ਸਭ ਏਜੰਸੀਆਂ ਨੇ ਜੇ ਰਿਪੋਰਟ ਦਿੱਤੀ, ਮੈਂ ਦੱਸ ਰਿਹਾ ਕਿ ਮੇਰੇ ਸਾਹਮਣੇ ਹੈਲੀਪੈਡ ਤੇ ਬੰਦੇ ਗਰੇਵਾਲ ਸਾਹਿਬ, ਸਭ ਏਜੰਸੀਆਂ ਨੇ ਜੇ ਰਿਪੋਰਟ ਦਿੱਤੀ ਤਾਂ ਪ੍ਰਧਾਨ ਮੰਤਰੀ ਨੇ 100-125 ਕਿਲੋਮੀਟਰ ਦਾ ਰਸਤਾ ਬਾਏ ਰੋਡ ਕਿਉਂ ਤੈਅ ਕੀਤਾ? ਉੱਥੋਂ ਹੀ ਕਿਉਂ ਨਹੀਂ ਮੁੜ ਗਏ? ਉਸ ਵੇਲੇ ਤੱਕ ਕੋਈ ਨਹੀਂ ਸੀ, ਉਹ ਲਿਆਂਦੇ ਗਏ ਸਰਕਾਰੀ ਤੌਰ ਤੇ, ਪੁਲਿਸ ਨੇ ਲਿਆਂਦੇ। ਮਤਲਬ 1.5 ਘੰਟੇ ਵਿੱਚ ਪੁਲਿਸ ਨੇ ਉੱਥੇ ਸਾਰਾ ਧਾਮਜਾਮ ਇਕੱਠਾ ਕੀਤਾ। ਅਰੇ ਯਾਰ, ਉਹ ਸਾਰੇ 40-50 ਦਾ ਬੰਦੇ ਸੀ ਜਿਹੜੇ ਲੈ ਕੇ ਆਏ ਆ। ਉਹ 1.5 ਘੰਟੇ ਵਿੱਚ 50 ਪੁਲਿਸ ਨੇ ਇਕੱਠਾ ਕੀਤਾ। ਤੁਸੀਂ ਜਿੰਨੇ ਕਹੋ ਮੈਂ ਲਿਆ ਦਿੰਦਾ। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਆਈਬੀ ਨੇ ਕੋਈ ਰਿਪੋਰਟ ਨਹੀਂ ਦਿੱਤੀ ਕਿ ਲੋਕ ਇਕੱਠੇ ਹੋਣਗੇ? ਐਨਐਸਜੀ ਨੇ ਕੋਈ ਰਿਪੋਰਟ ਨਹੀਂ ਦਿੱਤੀ, ਰॉ ਨੇ ਕੋਈ ਰਿਪੋਰਟ ਨਹੀਂ ਦਿੱਤੀ? ਤੁਸੀਂ ਸਵਾਲ ਕਿਸ ਤਰ੍ਹਾਂ ਦਾ ਕਰਦੇ ਹੋ? ਮੈਨੂੰ ਤਾਂ ਤੁਹਾਡੇ ਜਵਾਬ ਦਾ ਸਮਝ ਨਹੀਂ ਆਉਂਦਾ। ਮੈਂ ਤਾਂ ਤੁਹਾਡੇ ਨਾਲ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਵੀ ਪੁੱਛਣਾ ਚਾਹੁੰਦੇ ਜੋ ਮੈਂ ਤੁਹਾਨੂੰ ਦੱਸ ਰਿਹਾ, ਫੇਲ ਹੋ ਗਈਆਂ ਤਾਂ ਸੈਂਟਰ ਦੀਆਂ ਵੀ ਫੇਲ ਹੋ ਗਈਆਂ। ਜਾਂ ਤਾਂ ਉਹ ਕਿਸਾਨ ਝੂਠ ਬੋਲ ਰਹੇ ਆ। ਸਾਡਾ ਇੱਕ ਰਿਟਾਇਰਡ ਆਈਏਐਸ ਅਫਸਰ ਲਿੱਦਰ ਸਾਹਿਬ ਉੱਥੇ ਸੀ, ਠੀਕ ਹੈ, ਤੇ ਉਹਨਾਂ ਨੇ ਵੀ ਕਿਹਾ ਕਿ ਮੇਰੇ ਸਾਹਮਣੇ ਬੰਦੇ ਲਿਆਂਦੇ ਗਏ ਆ। ਉਹਨਾਂ ਕਿਸਾਨਾਂ ਨੇ ਵੀ ਕਿਹਾ ਕਿ ਜਦੋਂ ਅਸੀਂ ਆ ਕੇ ਦੇਖਿਆ ਸੱਚਮੁੱਚ ਪ੍ਰਧਾਨ ਮੰਤਰੀ ਆ ਤੇ ਸਾਨੂੰ ਘੇਰਨ ਲਈ ਉਹਨਾਂ ਨੇ ਕਿਹਾ। ਤੇ ਉਹ ਉਸ ਤੋਂ ਬਾਅਦ ਹੋਰ ਕੀ ਰਹਿ ਜਾਂਦਾ? ਪਰ ਇੱਕ ਪ੍ਰਧਾਨ ਮੰਤਰੀ ਨੂੰ ਗਰੇਵਾਲ ਸਾਹਿਬ ਇਹ ਗੱਲ ਸ਼ੋਭਾ ਦਿੰਦੀ ਹੈ ਕਿ ਜਾਂਦੇ ਹੋਏ ਉਸ ਪੰਜਾਬ ਪੁਲਿਸ ਦੇ ਉੱਤੇ ਇੱਕ ਤੰਜ ਕੱਸ ਗਏ ਜਿਸ ਪੰਜਾਬ ਪੁਲਿਸ ਨੇ ਆਤੰਕਵਾਦ ਨੂੰ ਖਤਮ ਕਰਨ ਲਈ ਜਾਨ ਦੀ ਬਾਜ਼ੀ ਲਗਾਈ, ਇੰਨੀਆਂ ਸ਼ਹਾਦਤਾਂ ਦਿੱਤੀਆਂ। ਜਾਂਦੇ ਜਾਂਦੇ ਪੰਜਾਬੀਅਤ ਨੂੰ, ਚੀਫ ਸੈਕਟਰੀ ਬਾਰੇ ਇਦਾਂ ਦੀ ਗੱਲ ਕਰ ਰਹੇ ਹੋ। ਤੁਹਾਡੀ ਜਾਣਕਾਰੀ, ਤੁਹਾਡੇ ਤੋਂ ਮੈਨੂੰ ਸਾਰੀ ਜਾਣਕਾਰੀ ਹੈ, ਤੁਹਾਡੇ ਵਿਊਜ਼ ਲੈਣਾ ਚਾਹੁੰਦਾ। ਨਹੀਂ ਵੀ ਕੀ ਪੰਜਾਬ ਪੁਲਿਸ ਨੂੰ
ਏਜੰਸੀਆਂ ਤਾਂ ਸਾਰੀਆਂ ਸੀਗੀਆਂ, ਆਪਾਂ ਜੇ ਫੇਲਿਅਰ ਮੰਨਾਂਗੇ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਫੇਲਿਅਰ ਹੋਇਆ, ਅਰੇ ਸਿਕਿਉਰਿਟੀ ਫੇਲਿਅਰ ਨਹੀਂ ਹੋਇਆ, ਉਹਦੇ ਚ ਆਈਬੀ ਵੀ ਸੀਗੀ, ਕਿਹੜਾ ਸਿਕਿਉਰਿਟੀ ਫੇਲਿਅਰ ਹੋ ਗਿਆ? ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦਾ ਅਰੇ ਭਾਈ ਰਸਤਾ ਰੁਕਵਾਇਆ ਉਹਨਾਂ ਨੇ ਬੁਲਾ ਕੇ, ਖੁਦ ਰੁਕਵਾਇਆ। ਕਿਹਾ ਗਿਆ ਕਿ ਖਤਰਾ ਸੀ ਉਹਨਾਂ ਦੀ ਜਾਨ ਨੂੰ। ਅਰੇ ਖਤਰਾ ਖੁਦ ਪੈਦਾ ਕਰ ਰਹੇ ਸੀ। ਤੁਹਾਡਾ ਸੁਖੀ ਰੰਧਾਵਾ ਜਿਹੜਾ ਹੋਮ ਮਿਨਿਸਟਰ, ਇਹ ਕ੍ਰਿਮੀਨਲ ਬੰਦਾ, ਇਹਨੇ ਕਿੰਨੇ ਕ੍ਰਾਈਮ ਕੀਤੇ ਆ? ਸਮਗਲਿੰਗ ਇਹ ਕਰਾਉਂਦੇ ਆ, ਸਭ ਡਰੱਗਸ ਦਾ ਕੰਮ ਇਹ ਕਰਦੇ ਆ। ਗਰੇਵਾਲ ਸਾਹਿਬ ਕੋਈ ਰਿਪੋਰਟ ਨਹੀਂ ਦਿੱਤੀ। ਹੋਮ ਮਿਨਿਸਟਰ ਤੁਸੀਂ ਬਦਮਾਸ਼ ਬਣਾ ਲੇ, ਕ੍ਰਿਮੀਨਲ ਬਣਾ ਲੇ, ਫਿਰ ਤੁਸੀਂ ਗੱਲਾਂ ਕਰਦੇ ਹੋ, ਵਕਾਲਤ ਕਰਦੇ ਹੋ ਉਹਨਾਂ ਦੀ। ਨਾ ਕਰੋ। ਨਹੀਂ ਮੈਂ ਵਕਾਲਤ ਨਹੀਂ ਕਰਦਾ, ਮੈਂ ਜਾਨਣਾ ਚਾਹੁੰਦਾ ਕਿ ਅਰੇ ਭਾਈ ਕੋਈ ਏਜੰਸੀ ਨਹੀਂ ਫੇਲ ਹੋਈ, ਏਜੰਸੀਆਂ ਨੇ ਸੂਚਨਾ ਦਿੱਤੀ ਹੈ ਤੇ ਪ੍ਰਧਾਨ ਮੰਤਰੀ ਫੇਰ ਵੀ ਗਏ 120 ਕਿਲੋਮੀਟਰ ਰੋਡ ਤੋਂ ਟਰੈਵਲ ਕਰਕੇ। ਅਰੇ ਭਾਈ ਉਦੋਂ ਕੋਈ ਨਹੀਂ ਸੀ ਉੱਥੇ, ਉਹ ਤਾਂ ਲਿਆਂਦਾ ਗਿਆ। ਜੇ ਤੁਸੀਂ ਖੁਦ ਹੀ ਬਦਮਾਸ਼ੀ ਕਰੋਗੇ, ਸੁਰੱਖਿਆ ਦੇਣ ਵਾਲੇ ਲੋਕ ਬਦਮਾਸ਼ੀ ਕਰਨਗੇ ਤੇ ਪੰਜਾਬ ਸਰਕਾਰ ਇਸ ਤਰ੍ਹਾਂ ਦੀ ਗੁੰਡਾਗਰਦੀ ਕਰੇਗੀ, ਇਹ ਗੁੰਡਿਆਂ ਦੀ ਸਰਕਾਰ ਹੈ, ਇਹਦੇ 'ਚ ਕੋਈ ਭਲਾ ਆਦਮੀ ਹੈਗਾ? ਦੇਖੋ ਨਾ, ਕਿਸੇ ਤੇ ਵੀ ਮੁਕੱਦਮਾ ਦਰਜ ਕਰ ਦਿੰਦੇ ਆ, 5 ਸਾਲ ਕਿਸੇ ਨੂੰ ਫੜਦੇ ਨਹੀਂ। ਹੁਣ ਮਜੀਠੀਆ ਤੇ ਮੁਕੱਦਮਾ ਦਰਜ ਕਰਤਾ, ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਇਹਨਾਂ ਦੀ ਜਾਨ ਨਹੀਂ ਛੁੱਟਣੀ ਬਾਅਦ ਜਦੋਂ ਇਨਵੈਸਟੀਗੇਸ਼ਨ ਹੋਣੀਆਂ ਨੇ। ਮਜੀਠੀਆ ਸਾਹਿਬ ਦੀ ਫੇਲੀਅਰ ਦੀ, ਸਿਕਿਉਰਿਟੀ ਫੇਲੀਅਰ ਦੀ ਵੀ, ਜਿਹੜਾ ਮਜੀਠੀਆ ਨਾਲ ਵੀ ਕਰ ਰਹੇ ਆ। ਇਹ ਉਸ ਵੇਲੇ ਤੁਸੀਂ ਪੌਣੇ 5 ਸਾਲ ਕੱਢਤੇ, ਕਿਉਂ ਕੱਢੇ? ਪਹਿਲਾਂ ਤਾਂ ਪੁੱਛਣ ਵਾਲੀ ਗੱਲ ਆ। ਪਰ ਉਸੇ 4.5 ਸਾਲ ਦੇ ਮੁੱਖ ਮੰਤਰੀ ਨਾਲ ਤੁਹਾਡੀ ਪਾਰਟੀ ਨੇ ਅਲਾਈਅੰਸ ਕਰ ਲਿਆ ਹੁਣ ਗਰੇਵਾਲ ਸਾਹਿਬ। ਅਰੇ ਯਾਰ ਉਹ ਮੁੱਖ ਮੰਤਰੀ ਨੂੰ ਪੁੱਛੋ ਤੁਸੀਂ ਜਾ ਕੇ। ਪਰ ਆਪਣੀ ਪਾਰਟੀ ਨੇ, ਤੁਹਾਡੀ ਪਾਰਟੀ ਨੇ ਉਹੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅਲਾਈਅੰਸ ਕੀਤਾ। ਅਰੇ ਭਾਈ ਸੀਟਾਂ ਵਾਸਤੇ ਅਲਾਈਅੰਸ ਕਰ ਲਿਆ, ਕੋਈ ਗੁਨਾਹ ਤਾਂ ਨਹੀਂ ਕਰ ਲਿਆ। ਨਹੀਂ, ਤੁਸੀਂ ਕਹਿ ਰਹੇ ਹੋ ਕਿ 4.5 ਸਾਲ ਕੁਝ ਨਹੀਂ ਕੀਤਾ। ਹਾਂ, ਨਸ਼ਿਆਂ ਖਿਲਾਫ ਉਸੇ ਬੰਦੇ ਨਾਲ ਤਾਂ ਆਪਣੀ ਪਾਰਟੀ ਚੁਣਾਵ ਲੜ ਰਹੀ ਹੈ। ਉਹ ਕਹਿੰਦੇ ਕਿ ਮੈਨੂੰ ਰਾਹੁਲ ਗਾਂਧੀ ਨਹੀਂ ਕਰਨ ਦਿੰਦੇ ਸੀ। ਪੁੱਛ ਲਓ ਜਾ ਕੇ ਉਸ ਮੁੱਖ ਮੰਤਰੀ ਤੋਂ, ਜਵਾਬ ਪੁੱਛੋ ਨਾ। ਉਹ ਕਹਿੰਦੇ ਰਾਹੁਲ ਤੇ ਪ੍ਰਿੰਕਾ ਨਹੀਂ ਕਰਨ ਦਿੰਦੇ ਸੀ। ਹੁਣ ਮੇਰੀ ਗੱਲ ਸੁਣੋ, ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਫੇਲਿਅਰ ਦੀ ਰਿਪੋਰਟ ਪੂਰੀ ਇਹਨਾਂ ਨੂੰ ਪੁੱਛੋ ਕਿ ਇਹ ਪ੍ਰਿੰਕਾ ਗਾਂਧੀ ਨੂੰ ਕਿਉਂ ਦਿਖਾ ਰਹੇ ਨੇ, ਉਹਦੇ ਕੋਲ ਕੀ ਕਨਸਟੀਟਿਊਸ਼ਨਲ ਅਥਾਰਟੀ ਹੈ। ਬਿਲਕੁਲ ਉਹਨਾਂ ਨੂੰ ਵੀ ਪੁੱਛ ਲਓ ਨਾ। ਉਹਨਾਂ ਨੂੰ ਤੁਸੀਂ ਪੁੱਛਦੇ ਨਹੀਂ ਤੇ ਸਾਡੇ ਤੇ ਸਵਾਲ ਕਰਦੇ ਹੋ, ਏਜੰਸੀਆਂ ਤੇ ਸਵਾਲ ਕਰਦੇ ਹੋ। ਇਹ ਏਜੰਸੀਆਂ ਦੀ ਵਜ੍ਹਾ ਕਰਕੇ ਤਾਂ ਬਚਾਅ ਹੋਇਆ। ਗੱਲ ਇਹ ਹੈ ਕਿ ਪੰਜਾਬ ਪੁਲਿਸ ਦਾ ਸਿਆਸੀਕਰਨ ਕੀਤਾ ਇਹਨਾਂ ਨੇ। ਅੱਛਾ, ਉਹ ਨਹੀਂ ਹੋਣਾ ਚਾਹੀਦਾ ਕਦੇ ਵੀ। ਜਿਹੜੀ ਪੰਜਾਬ ਪੁਲਿਸ ਇੰਨੀ ਵਧੀਆ ਸੀ, ਉਹਦਾ ਸਿਆਸੀਕਰਨ ਕੀਤਾ ਹੋਇਆ। ਉਹਨਾਂ ਨੂੰ ਹੱਥ ਨਹੀਂ ਚੱਕਣ ਦਿੰਦੇ ਕਿਸ ਤੇ। ਉਹਨਾਂ ਨੂੰ ਗੁੰਡੇ ਸਾਹਮਣੇ, ਸਾਡੇ ਤੇ ਮੌਬ ਅਟੈਕ ਹੁੰਦੇ ਨੇ, ਸਾਡੇ ਐਮਐਲਏ ਦੇ ਕੱਪੜੇ ਫਾੜ ਦਿੱਤੇ ਜਾਂਦੇ ਨੇ, ਅਲਫ ਨੰਗਾ ਕਰ ਦਿੱਤਾ ਜਾਂਦਾ। ਉਹਦੇ ਤੇ ਉਹਨੂੰ ਮੌਬ ਲਿੰਚਿੰਗ ਨਹੀਂ ਕਹਿੰਦੇ, ਹੋਰ ਕੀ ਕਹਿੰਦੇ ਆ? ਤੇ ਉਹਨਾਂ ਤੇ ਕੋਈ ਉਹ ਨਹੀਂ ਕਰਦੇ। ਤੇ ਫਿਰ ਉਹ ਜਗਜੀਤ ਸਿੰਘ ਡੱਲੇਵਾਲ, ਉਹ ਜਾ ਕੇ ਧਰਨੇ ਤੇ ਬੈਠ ਜਾਂਦਾ ਕਿ ਸ਼ਰੀਫ ਲੋਕ ਨੇ, ਕਿਉਂ ਇਹਨਾਂ ਤੇ ਮੁਕੱਦਮਾ ਦਰਜ ਕੀਤਾ, ਛੁਡਵਾ ਕੇ ਲੈ ਜਾਂਦਾ। ਕਿਹੜੇ ਸੈਂਟਰ ਤੋਂ ਮਿਨਿਸਟਰ ਜਾਂ ਕਿਹੜੀ ਵੱਡੀ ਹਸਤੀਆਂ ਬੀਜੇਪੀ ਦੀਆਂ ਗਰੇਵਾਲ ਸਾਹਿਬ ਇਸ ਇਲੈਕਸ਼ਨ 'ਚ ਆ ਰਹੀਆਂ ਨੇ, ਮੈਦਾਨ 'ਚ ਉਤਰ ਰਹੀਆਂ ਨੇ? ਅਜੇ ਤਾਂ ਕੋਈ ਆਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਹੀ ਬੰਦ ਕੀਤਾ ਹੋਇਆ ਪ੍ਰਚਾਰ ਇਸ ਤਰ੍ਹਾਂ ਦਾ। ਉਹ ਜਿਹੜਾ ਹੈਗਾ ਅਨੁਰਾਗ ਠਾਕੁਰ ਜੀ ਆਲਰੇਡੀ ਕਰ ਗਏ ਨੇ ਵਰਚੁਅਲ ਰੈਲੀ, ਔਰ ਬਾਕੀਆਂ ਨੇ ਵੀ ਵਰਚੁਅਲ ਰੈਲੀਜ਼ ਕਰਨੀਆਂ ਨੇ। ਮੋਦੀ ਸਾਹਿਬ ਦੀ ਕੋਈ ਵਰਚੁਅਲ ਰੈਲੀ ਹੋਊਗੀ ਜੀ ਹੁਣ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ? ਅਜੇ ਤਾਂ ਉਹਨਾਂ ਕੋਲ ਟਾਈਮ ਨਹੀਂ, ਉਹ ਟਾਈਮ ਦੇਣਗੇ ਤਾਂ ਹੋਊਗੀ। ਜ਼ਰੂਰੀ ਨਹੀਂ ਹੈ ਕਿ, ਕਿਉਂਕਿ ਬਾਕੀ 5 ਸਟੇਟਾਂ 'ਚ ਚੁਣਾਵ ਆ ਨਾ, ਉਹਨਾਂ ਨੇ ਬਾਕੀਆਂ 'ਚ ਵੀ ਦੇਖਣਾ। ਤੇ ਤੁਸੀਂ ਕੀ ਰੂਪਰੇਖਾ ਬਣਾਈ ਹੈ ਸਾਰੇ ਇਲੈਕਸ਼ਨਾਂ ਦੀ? ਤੁਸੀਂ ਪੂਰਾ ਪੰਜਾਬ ਦੇਖ ਰਹੇ ਹੋ, ਰੀੜ ਦੀ ਹੱਡੀ ਮੰਨੇ ਜਾਂਦੇ ਹੋ ਬੀਜੇਪੀ ਦੀ ਪੰਜਾਬ ਦੀ। ਪੂਰਾ ਪੰਜਾਬ ਦੇਖੋਗੇ? ਅੱਜ ਕੱਲ੍ਹ ਸੁਣਿਆ ਜਾ ਰਿਹਾ ਵੀ ਤੁਸੀਂ ਰਾਜਪੁਰਾ ਸੀਟ ਤੇ ਬਹੁਤ ਧਿਆਨ ਦੇ ਰਹੇ ਹੋ। ਨਹੀਂ, ਰਾਜਪੁਰਾ ਤਾਂ ਦੇਖੋ ਮੇਰਾ 5 ਸਾਲ ਜੱਗੇ ਨੂੰ ਤੁਹਾਡੀ ਸਪੋਰਟ ਹੈ? ਕਿਉਂ ਨਹੀਂ? ਮੇਰੀ ਤਾਂ ਕਮਲ ਦੇ ਫੁੱਲ ਨੂੰ ਸਪੋਰਟ ਹੈ, ਪੂਰੇ ਦੇਸ਼ 'ਚ ਹੀ ਹੈ, ਜਿੱਥੇ ਵੀ ਹੋਊਗਾ। ਪੂਰਾ ਪੰਜਾਬ ਦੇਖੋਗੇ? ਪੂਰੀ ਦੁਨੀਆ ਜਿੱਥੇ ਵੀ ਕਮਲ ਦਾ ਨਿਸ਼ਾਨ ਹੋਏਗਾ ਉੱਥੇ ਹੀ ਸਪੋਰਟ ਹੁੰਦੀ ਹੈ। ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ। ਮੈਂ ਤਾਂ ਇੱਕ ਸਮਰਪਿਤ ਕਾਰਜਕਰਤਾ ਤੇ ਔਰ ਜਿੰਨੇ ਵੀ 14 ਕਰੋੜ ਵਰਕਰ ਨੇ ਉਹ ਇਸੇ ਤਰ੍ਹਾਂ ਹੀ ਕਰਦੇ ਆ ਬੀਜੇਪੀ ਦੇ, ਔਰ ਇਹੀ ਸਾਡੀ ਕਾਮਯਾਬੀ ਹੈ ਜਿਹੜੀ ਉਹਦੇ ਲੱਛਣ ਨੇ ਕਾਮਯਾਬੀ ਦੇ। ਇਸ ਤਰ੍ਹਾਂ ਨਹੀਂ ਹੁੰਦਾ ਦੂਸਰੀ ਪਾਰਟੀਆਂ ਦੀ ਤਰ੍ਹਾਂ, ਕੋਈ ਨਾਰਾਜ਼ ਹੋ ਗਿਆ, ਕੋਈ ਨਿਰਾਸ਼ ਹੋ ਗਿਆ, ਕੋਈ ਉੱਧਰ ਭੱਜ ਗਿਆ, ਕੋਈ ਫਿਰ ਮਨਾਉਣ ਜਾਓ। ਸਾਡੇ ਨਹੀਂ ਜ਼ਰੂਰਤ ਪੈਂਦੀ। ਤੁਸੀਂ ਜੋ ਵੀ ਕੈਂਪੇਨ ਕਰ ਰਹੇ ਹੋ, ਜੋ ਵੀ ਬੀਜੇਪੀ ਦੇ ਦੇਖਣ 'ਚ ਮਿਲ ਰਹੇ ਨੇ, ਚਾਹੇ ਪੋਸਟਰ ਨੇ, ਚਾਹੇ ਬੋਰਡ ਨੇ, ਉਹਨਾਂ ਦੇ ਉੱਤੇ ਤੁਹਾਡੇ ਜਿਹੜੇ ਅਲਾਇੰਸ ਨੇ, ਚਾਹੇ ਉਹ ਪੰਜਾਬ ਲੋਕ ਕਾਂਗਰਸ ਹੈ ਜਾਂ ਸੰਯੁਕਤ ਅਕਾਲੀ ਦਲ ਹੈ, ਉਹਨਾਂ ਦੀ ਕਿਸੇ ਦੀ ਫੋਟੋ ਦੇਖਣ 'ਚ ਨਹੀਂ ਮਿਲਦੀ। ਅਲਾਇੰਸ ਕਰਨ ਤੋਂ ਬਾਅਦ ਵੀ ਬੀਜੇਪੀ ਨੇ ਇਹਨਾਂ ਨੂੰ ਆਪਣੇ ਪ੍ਰਚਾਰ ਦੇ ਵਿੱਚ ਕਿਉਂ ਨਹੀਂ ਪਾਇਆ? ਦੇਖੋ, ਇਹ ਸਟ੍ਰੈਟਜੀ ਦਾ ਹਿੱਸਾ। ਕੈਪਟਨ ਸਾਹਿਬ ਬੋਰਡਾਂ ਤੇ ਲਿਖਵਾ ਰਹੇ ਨੇ ਡਬਲ ਇੰਜਨ ਸਰਕਾਰ ਮੋਦੀ ਤੇ ਕੈਪਟਨ ਦੀ ਪੰਜਾਬ 'ਚ ਬਣੂਗੀ, ਪਰ ਤੁਹਾਡੇ ਬੀਜੇਪੀ ਦੇ ਜੋ ਵੀ ਹੋ ਰਹੀ ਹੈ ਸਾਰੀ ਇਲੈਕਸ਼ਨ ਦੀ ਪ੍ਰਚਾਰ ਸਮੱਗਰੀ ਛਪ ਰਹੀ ਹੈ, ਹੋ ਰਹੀ ਹੈ, ਉਹਨਾਂ ਤੇ ਕਿਸੇ ਤੇ ਵੀ ਨਾ ਤਾਂ ਢੀਂਡਸਾ ਸਾਹਿਬ ਦੀ ਫੋਟੋ ਹੈ, ਨਾ ਕੈਪਟਨ ਸਾਹਿਬ ਦੀ ਫੋਟੋ ਹੈ। ਇਹਦਾ ਕੀ ਕਾਰਨ ਹੈ? ਉਹ ਜ਼ਰੂਰਤ ਨਹੀਂ ਮਹਿਸੂਸ ਕੀਤੀ ਹੋਊਗੀ। ਅਲਾਇੰਸ ਦੀ ਜ਼ਰੂਰਤ ਮਹਿਸੂਸ ਕੀਤੀ, ਪਰ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਹੁਣ ਜ਼ਰੂਰਤ ਨਹੀਂ। ਕਿਉਂ ਨਹੀਂ ਹੈ? ਸਾਰਾ ਸਲਾਹ ਮਸ਼ਵਰਾ ਕਰਕੇ ਕਰਦੇ ਆ। ਉਹਨਾਂ ਨਾਲ ਕੋਆਰਡੀਨੇਸ਼ਨ ਕਮੇਟੀ ਬਣੀ ਹੋਈ ਹੈ, ਸਾਰਾ ਕੁਝ ਬਣਿਆ ਹੋਇਆ, ਸਭ ਠੀਕ ਹੈ।
ਲੋੜ ਨਹੀਂ ਮਹਿਸੂਸ ਹੋਈ ਕਿ ਕੈਪਟਨ ਨੂੰ ਵੀ ਪ੍ਰੋਜੈਕਟ ਕੀਤਾ ਅੱਗੇ ਪਤਾ ਜਾਏ ਜਾਂ ਲੱਗੂਗਾ। ਪ੍ਰੋਜੈਕਟ ਕਰਨ ਦਾ ਨੁਕਸਾਨ ਹੋ ਰਿਹਾ ਸੀ, ਪਾਰਟੀ ਨੂੰ ਅਲਾਈਅੰਸ ਕਰ ਲਿਆ ਕਿਉਂਕਿ ਸੀਟਾਂ ਘੱਟ ਸੀ, ਪਰ ਹੁਣ ਪ੍ਰੋਜੈਕਟ ਉਹਨਾਂ ਨਹੀਂ ਨੂੰ ਨਹੀਂ ਕੈਪਟਨ ਕਰਨਾ। ਸਾਹਿਬ ਤਾਂ 9.5 ਸਾਲ ਮੁੱਖ ਮੰਤਰੀ ਰਹਿ ਗਏ, ਉਹਨਾਂ ਨੂੰ ਪ੍ਰੋਜੈਕਟ ਕੀ ਕਰਨਾ, ਉਹ ਤਾਂ ਪ੍ਰੋਜੈਕਟਰ ਨੇ ਖੁਦ ਹੀ। ਤੇ ਢੀਂਡਸਾ ਸਾਹਿਬ ਵੀ ਬੜੇ ਲੀਡਰ ਨੇ, ਉਹਨਾਂ ਦੀ ਵੀ ਪ੍ਰੋਜੈਕਸ਼ਨ ਹੋਈ ਹੈ, ਤੇ ਉਹਦੇ ਚ ਅਸੀਂ ਉਹਨਾਂ ਨੂੰ ਕੀ ਕਰਨਾ, ਉਹ ਤਾਂ ਬੜੇ ਲੀਡਰ ਨੇ, ਉਹਨਾਂ ਬਾਰੇ ਮੈਂ ਕੀ ਕਮੈਂਟਸ ਕਰਾਂ। ਠੀਕ ਹੈ ਗਰੇਵਾਲ ਸਾਹਿਬ, ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਿਚਾਰ ਜਾਣ ਕੇ, ਸਾਡੇ ਦਰਸ਼ਕਾਂ ਦੇ ਸਾਹਮਣੇ ਜੋ ਚੀਜ਼ਾਂ, ਜੋ ਤੱਥ ਬੀਜੇਪੀ ਵਾਸਤੇ, ਆਪਣੀ ਪਾਰਟੀ ਦੇ ਵਿਚਾਰਧਾਰਾ ਵਾਸਤੇ ਜੋ ਤੁਸੀਂ ਕਲੀਅਰ ਕੀਤਾ, ਜੋ ਚੀਜ਼ਾਂ ਦੱਸੀਆਂ। ਸਾਡੇ ਨਾਲ ਸੀਗੇ ਸਰਦਾਰ ਹਰਜੀਤ ਸਿੰਘ ਗਰੇਵਾਲ, ਜਿਨ੍ਹਾਂ ਨੇ ਅੱਜ ਇਲੈਕਸ਼ਨ ਦੇ ਕੈਂਪੇਨ ਦੇ ਵਿੱਚ, ਜਦੋਂ ਕਿ ਮਾਹੌਲ ਪੂਰਾ ਭਖਿਆ ਹੋਇਆ, ਪੂਰੀ ਭੱਜ ਦੌੜ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਬੈਠ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਬੀਜੇਪੀ ਦਾ ਪਲਾਨ ਦੱਸਿਆ, ਆਪਣਾ ਵਿਜ਼ਨ ਦੱਸਿਆ ਤੇ ਪਾਰਟੀ ਦੇ ਵਿੱਚ ਕਿਵੇਂ ਪਾਰਟੀ ਵਿਧਾਨ ਸਭਾ ਚੁਣਾਵ ਜਿੱਤੂਗੀ, ਸਾਰੇ ਆਪਣੇ ਨਾਲ ਸਾਡੇ ਨਾਲ ਵਿਚਾਰ ਸਾਂਝੇ ਕੀਤੇ। ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਧੰਨਵਾਦ।